ਮਹਾਰਿਸ ਬੇਜਨ ਹਉ ਮੈਂ ਵਿਖਿਆ, ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ। ਸੋਹੀ ਰਾਗਨੀ ਹੈ, ਸ਼ੰਤ ਸ਼ਬਦ ਦੀ ਚਾਲ ਹੈ। ਧੰਨ ਗੁਰੂ ਰਾਮਦਾਸ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ, ਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਮੋਹ ਨੂੰ ਨਖੇਧ ਕਰਮ ਸਮਝਦੇ ਹਨ ਤੇ ਇਸ ਨੂੰ ਮਾਰਨ ਦਾ ਉਪਦੇਸ਼ ਦੇ ਰਹੇ ਨੇ। ਮਾਰੇ ਹਸ ਮਾਰਨਾ ਕਰੀਏ, ਵੇ ਜਨ ਹੀ ਗੁਰਮੁਖ ਪਿਆਰਿਓ। ਤੇ ਕਿਹਨੂੰ ਮਾਰਨਾ? ਹਉਮੈ, ਹਉਮੈ ਨੂੰ ਮਾਰਨਾ ਹੈ। ਮਾਰੇ ਹਸ ਦਾ ਅਰਥ ਹੈ ਮਾਰਨਾ ਕਰੀਏ, ਮਾਰ ਦਿਓ, ਮਾਰ ਲਈਏ। ਵੀ ਜਨ ਹੀ ਗੁਰਮੁਖ ਪਿਆਰਿਓ, ਤੇ ਮਾਰਨਾ ਕਿਹਨੂੰ? ਹਉਮੈ, ਹਉਮੈ ਨੂੰ ਮਾਰਨਾ ਹੈ। ਵੇਖਿਆ ਇਹ ਗੰਦਗੀ ਹੈ, ਇਹ ਜ਼ਹਿਰ ਹੈ, ਇਹ ਵਕਾਰ ਹੈ, ਇਹ ਬੁਰਿਆਈ ਹੈ। ਤੇ ਇਹਨੇ ਕੀਤਾ ਕਿ ਇਹ ਜਿਨ ਹਰ, ਜਿਸ ਹਉਮੈ ਨੇ ਹਰ ਪ੍ਰਭ, ਹਰੀ ਪ੍ਰਭੂ ਪਰਮਾਤਮਾ ਮਿਲ ਨਾ ਦਿੱਤੀਆਂ, ਇਹਦੇ ਨਾਲ ਸਾਨੂੰ ਮਿਲ ਨਹੀਂ ਦਿੱਤਾ। ਧੰਨ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਇਸ ਨੂੰ ਸਭ ਤੋਂ ਵੱਡਾ ਰੋਗ ਦੱਸਿਆ ਹੈ, ਸਭ ਤੋਂ ਵੱਡੀ ਬੁਰਿਆਈ ਹੈ। ਹਉਮੈ ਦੀਰਘ ਰੋਗ ਹੈ, ਇਹ ਸਭ ਤੋਂ ਵੱਡੀ ਬਿਮਾਰੀ ਹੈ, ਬੜਾ ਵੱਡਾ ਰੋਗ ਹੈ। ਦੀਰਘ ਕਹਿੰਦੇ ਨੇ ਅੱਤ ਦੇ ਵੱਡੇ ਨੂੰ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੀ, ਤੇ ਦਵਾਈ ਵੀ ਪਈ ਇਹਦੇ ਵਿੱਚ ਹੀ ਹੈ, ਹਉਮੈ ਦੇ ਵਿੱਚ ਹੀ ਹੈ ਦਵਾਈ। ਕਥਾ ਕਰਦਿਆਂ ਜੇ ਅੰਦਰ ਹਉਮੈ ਆ ਜਾਵੇ ਨਾ, ਵੀ ਮੈਂ ਬੜੀ ਸੋਹਣੀ ਕਥਾ ਕਰਦਾ ਹਾਂ, ਬਾਣੀ ਪੜ੍ਹਦਿਆਂ ਅੰਦਰ ਹਉਮੈ ਆ ਜਾਵੇ ਵੀ ਮੈਂ ਬਾਣੀ ਬੜੀ ਸ਼ੁੱਧ ਪੜ੍ਹਦਾ ਹਾਂ, ਬੜੀ ਪਿਆਰੀ ਆਵਾਜ਼ ਨਾਲ ਪੜ੍ਹਦਾ ਹਾਂ। ਸੇਵਾ ਕਰਦਿਆਂ ਹਉਮੈ ਆ ਜਾਵੇ ਵੀ ਮੈਂ ਸੇਵਾ ਬੜੀ ਕਰ ਰਿਹਾ ਹਾਂ। ਤੇ ਇਸ ਹਉਮੈ ਦੇ ਆਉਣ ਦੇ ਨਾਲ ਮਨੁੱਖ ਦੇ ਪੱਲੇ ਕੱਖ ਵੀ ਨਹੀਂ ਰਹਿੰਦਾ। ਜਿਸ ਤਰ੍ਹਾਂ ਜ਼ਹਿਰ ਖਾਣ ਵਾਲਾ ਮਨੁੱਖ ਜਿਹੜਾ, ਜਿਹਨੇ ਜ਼ਹਿਰ ਖਾ ਲਈ ਹੈ, ਜ਼ਹਿਰ ਨਿਕਲ ਲਈ ਹੈ, ਉਸ ਦਾ ਅੰਤ ਹੋ ਜਾਂਦਾ ਹੈ। ਉਸੇ ਤਰ੍ਹਾਂ ਇਸ ਹਉਮੈ ਦੇ ਨਾਲ ਅੰਦਰ ਦੀ ਅਵਸਥਾ ਦਾ ਵੀ ਅੰਤ ਹੋ ਜਾਂਦਾ ਹੈ। ਮੈਂ ਹਉਮੈ, ਹਉ ਮੈਂ, ਹਉ। ਦੂਜਾ ਇਸ ਦਾ ਅਰਥ ਕਰਦੇ ਨੇ ਹਉ, ਉਹ ਵੀ ਮੈਂ, ਉਹ ਵੀ ਮੈਂ ਕੀਤਾ, ਉਹ ਵੀ ਮੇਰਾ ਹੋ ਜਾਵੇ, ਉਹ ਵੀ ਮੈਨੂੰ ਆਖੇ ਵੀ ਤੂੰ ਚੰਗਾ ਹੈ। ਇੱਥੇ ਆ ਕੇ ਹਉਮੈ ਬਣ ਜਾਂਦੀ ਹੈ, ਹਉਮੈ ਹੋ ਜਾਂਦੀ ਹੈ। ਤੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਸ ਹਉਮੈ ਨੂੰ ਬਿਖ ਦੱਸ ਰਹੇ ਨੇ, ਜ਼ਹਿਰ ਦੱਸ ਰਹੇ ਨੇ। ਇਹ ਜ਼ਹਿਰ ਹੈ ਹਉਮੈ। ਤੇ ਆਓ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਗੁਰੂ ਰਾਮਦਾਸ ਜੀ ਕਹਿ ਰਹੇ ਨੇ ਵੀ ਗੁਰਮੁਖ ਪਿਆਰਿਓ, ਇਸ ਨੂੰ ਅਸੀਂ ਮਾਰਨਾ ਕਰੀਏ, ਕਿਉਂਕਿ ਇਸ ਹਉਮੈ ਨੇ ਹੀ ਸਾਨੂੰ ਉਸ ਪ੍ਰਭੂ ਪਰਮਾਤਮਾ ਦੇ ਨਾਲ ਮਿਲ ਨਹੀਂ ਦਿੱਤਾ ਹੈ ਜੀ। ਦੇਹ ਕੰਚਨ ਬੇਬੰਨੀਆ, ਇਨ ਹਉਮੈ ਮਾਰ ਬਿਗੁਤੀਆ। ਇਹ ਸਰੀਰ ਹੈਗਾ ਕੰਚਨ ਹੈ। ਕੰਚਨ ਕਹਿੰਦੇ ਨੇ ਸੋਨੇ ਨੂੰ। ਤੇ 12 ਬੰਨੀ ਦਾ ਸੋਨਾ ਜਿਹੜਾ, ਇਹਨੂੰ ਬੜਾ ਸ਼ੁੱਧ ਮੰਨਿਆ ਗਿਆ ਹੈ। ਇਹ ਸਰੀਰ ਜਿਹੜਾ ਕੰਚਨ ਮੰਨਿਆ ਹੈ, ਸ਼ੁੱਧ ਸੋਨੇ ਦੀ ਤਰ੍ਹਾਂ ਹੈ। ਜਿਵੇਂ ਅਮੋਲਕ ਧਾਤੂ ਮੰਨੀ ਗਈ ਹੈ ਨਾ ਸੋਨਾ, ਸਾਰੀਆਂ ਧਾਤੂਆਂ ਦੇ ਵਿੱਚੋਂ ਸੋਨਾ ਕਹਿਣ ਤੋਂ ਭਾਵ ਗੁਰੂ ਮਹਾਰਾਜ ਜੀ ਦਾ ਇਹ ਹੈ ਕਿ ਸਾਰੀਆਂ ਹੀ ਧਾਤੂ ਨੇ, ਪਰ ਸਾਰੀਆਂ ਧਾਤੂਆਂ ਤੋਂ ਮਹਿੰਗੀ ਜਿਹੜੀ ਹੈ ਉਹ ਸੋਨਾ ਧਾਤੂ ਹੈ। ਉਸੇ ਤਰ੍ਹਾਂ 84 ਲੱਖ ਜੂਨਾਂ ਦੇ ਵਿੱਚੋਂ ਇਹ ਮਨੁੱਖਾ ਸਰੀਰ ਜਿਹੜਾ, ਇਹ ਵੀ ਅਮੋਲਕ ਹੈ।
ਗੁਰੂ ਮਹਾਰਾਜ ਜੀ ਨੇ ਸਾਨੂੰ ਸੰਸਾਰਿਕ ਦ੍ਰਿਸ਼ਟਾਂਤ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਗੁਰਮੁਖ ਪਿਆਰਿਆ ਵੇਖ, ਜਿਵੇਂ ਅਮੋਲਕ ਧਾਤੂਆਂ ਦੇ ਵਿੱਚੋਂ ਸੋਨਾ ਬੜਾ ਅਮੋਲਕ ਹੈ, ਬੜਾ ਕੀਮਤੀ ਹੈ, ਉਸੇ ਤਰ੍ਹਾਂ 84 ਲੱਖ ਜੂਨਾਂ ਦੇ ਵਿੱਚੋਂ ਤੇਰਾ ਇਹ ਸਰੀਰ ਹੈ ਜਿਹੜਾ, ਇਹ ਵੀ ਬੜਾ ਕੀਮਤੀ ਹੈ, ਬੜਾ ਅਮੋਲਕ ਹੈ। ਪਰ ਇਨ ਹਉਮੈ ਮਾਰ ਵਿਭੂਤੀਆ, ਇਸ ਹਉਮੈ ਨੇ ਨਾ ਇਸ ਅਮੋਲਕ ਸਰੀਰ ਨੂੰ ਮਾਰ ਕੇ ਤੇ ਖਰਾਬ ਕਰ ਦਿੱਤਾ ਹੈ। ਵਿਭੂਤੀਆ ਦਾ ਅਰਥ ਹੁੰਦਾ ਖਰਾਬ ਕਰਨਾ, ਨਾਸ਼ ਕਰਨਾ, ਭ੍ਰਸ਼ਟ ਕਰਨਾ। ਇਸ ਹਉਮੈ ਨੇ ਇਸ ਅਮੋਲਕ ਸਰੀਰ ਨੂੰ ਇਸ ਤਰ੍ਹਾਂ ਦੀ ਮਾਰ ਮਾਰੀ ਹੈ ਕਿ ਇਹ ਖਰਾਬ ਹੋ ਗਿਆ, ਹੁਣ ਅਮੋਲਕ ਨਹੀਂ ਰਿਹਾ ਹੈਗਾ। ਅਮੋਲਕ ਸੀ, ਬੜਾ ਮਹਾਨ ਸੀ, ਬੜਾ ਬੇਸ਼ੁਮਾਰ ਕੀਮਤੀ ਸੀ, ਪਰ ਹੋਇਆ ਕਿ ਇਹ ਵਿਭੂਤੀਆ, ਇਹ ਖਰਾਬ ਹੋ ਗਿਆ ਹੈ। ਤੇ ਖਰਾਬ ਕਦੇ ਨਾਲ ਹੋਇਆ ਹੈ? ਹਉਮੈ ਦੇ ਨਾਲ ਇਹ ਖਰਾਬ ਹੋਇਆ ਹੈ। ਇਸ ਨੂੰ ਅਸੀਂ ਹਉਮੈ ਆਖ ਲਈਏ, ਇਸ ਨੂੰ ਅਸੀਂ ਆਪਾ ਭਾਵ ਆਖ ਲਈਏ, ਇਹਦੇ 'ਚ ਫਰਕ ਕੋਈ ਨਹੀਂ। ਜਦੋਂ ਅੰਦਰ ਮਨੁੱਖ ਦੇ ਇਸ ਤਰ੍ਹਾਂ ਦਾ ਸੁਭਾਅ ਬਣ ਗਿਆ, ਜਾਂ ਇਸ ਤਰ੍ਹਾਂ ਦੀ ਬਿਰਤੀ ਬਣ ਗਈ, ਜਾਂ ਇਸ ਤਰ੍ਹਾਂ ਦਾ ਵਿਚਾਰ ਆ ਗਿਆ ਨਾ ਵੀ ਮੈਂ ਵੀ ਕੁਝ ਹੈਗਾ ਵਾਂ, ਤੇ ਇਹ ਹਉਮੈ ਦਾ ਹੀ ਰੂਪ ਹੈ, ਭਾਵੇਂ ਕਿਸੇ ਵੀ ਤਰੀਕੇ ਦੇ ਨਾਲ। ਇਹ ਦਾਸ ਇਸ ਦੇ ਲਈ ਇੱਕ ਸਾਖੀ ਜਿਹੜੀ ਇਹ ਸੰਗਤਾਂ ਦੇ ਚਰਨਾਂ ਦੇ ਵਿੱਚ ਸੇਵਾ ਦੇ ਰੂਪ ਦੇ ਵਿੱਚ ਪੇਸ਼ ਕਰਦਾ ਹੁੰਦਾ ਹੈ। ਇੱਕ ਗੁਰਮੁਖ ਪਿਆਰਾ ਹੈ, ਆਪਣੇ ਘਰ ਪਰਿਵਾਰ ਦੇ ਵਿੱਚ ਬੜੀ ਭਜਨ ਬੰਦਗੀ ਕਰਦਾ ਹੈ, 10 ਨੌਆਂ ਦੀ ਕਿਰਤ ਕਮਾਈ ਕਰਦਾ ਹੈ, ਤੇ ਇਸ ਮਾਇਆ ਨੂੰ ਬੜੀ ਤਕਲੀਫ ਹੁੰਦੀ ਹੈ ਜਦੋਂ ਕੋਈ ਭਜਨ ਬੰਦਗੀ ਸਿਮਰਨ ਵਾਲੇ ਪਾਸੇ ਲੱਗਦਾ, ਫਿਰ ਇਹ ਉਸ ਨੂੰ ਉਖੇੜਨ ਦਾ ਯਤਨ ਕਰਦੀ ਹੈ। ਹੁਣ ਮਾਇਆ ਜਿਹੜੀ, ਇਹਨੇ ਯਤਨ ਕਰਨਾ ਸ਼ੁਰੂ ਕਰ ਦਿੱਤਾ, ਪਰ ਇਹ ਗੁਰਮੁਖ ਪਿਆਰਾ ਜਿਹੜਾ ਨਾ, ਇਹ ਡੋਲਿਆ ਨਹੀਂ। ਇਹ 10 ਨੌਆਂ ਦੀ ਕਿਰਤ ਕਮਾਈ ਕਰਨ ਦੇ ਵਿੱਚ ਬੜਾ ਦ੍ਰਿੜ ਰਿਹਾ ਹੈ, ਬੜਾ ਪੱਕਾ ਰਿਹਾ ਹੈ। ਫਿਰ ਮਾਇਆ ਨੇ ਇੱਕ ਇਸ ਤਰ੍ਹਾਂ ਦੇ ਮਨੁੱਖ ਨੂੰ ਪ੍ਰੇਰਿਆ ਹੈ ਬਈ ਤੂੰ ਜਾ ਇਹਦੇ ਪਾਸ। ਇਹ ਇਸ ਗੁਰਮੁਖ ਪਿਆਰੇ ਦੇ ਪਾਸ ਆ ਗਿਆ, ਧਿਆਨ ਕੇ ਇਸ ਨੂੰ ਕਹਿੰਦਾ ਮੈਂ ਤੇਰੇ ਤੋਂ ਲੈਣਾ ਕੁਝ ਵੀ ਨਹੀਂ, ਦਿਹਾੜੀ ਦੱਪਾ ਜਾਂ ਹੋਰ ਕਿਸੇ ਪ੍ਰਕਾਰ ਦਾ ਖਰਚਾ ਨਹੀਂ ਲੈਣਾ ਤੇਰੇ ਤੋਂ, ਤੇ ਫਿਰ ਕਰਨਾ ਕੀ ਹੈ? ਮੈਂ ਤੇਰੇ ਨਾਲ ਕੰਮ ਕਰਾ ਦਿਆ ਕਰਾਂਗਾ, ਤੂੰ ਮੈਨੂੰ ਪ੍ਰਸ਼ਾਦਾ ਪਾਣੀ ਛਕਾ ਦਿਆ ਕਰੀ। ਇਹ ਅੱਗੋਂ ਕਹਿੰਦਾ ਪ੍ਰਸ਼ਾਦੇ ਪਾਣੀ ਦਾ ਤੇ ਪੁੰਨ ਹੁੰਦਾ, ਚੱਲ ਕੋਈ ਨਹੀਂ ਤੂੰ ਵੈਸੇ ਹੀ ਛਕ ਲਿਆ ਕਰੀ। ਕਹਿੰਦਾ ਨਹੀਂ, ਮੈਂ ਵੈਸੇ ਨਹੀਂ ਛਕਣਾ, ਮੈਂ ਕੁਝ ਕਰਿਆ ਕਰਾਂਗਾ ਤੇ ਕੁਝ ਕਰਕੇ ਤੇਰੇ ਤੋਂ ਪ੍ਰਸ਼ਾਦਾ ਪਾਣੀ ਛਕ ਲਿਆ ਕਰਾਂਗਾ। ਇਹਨੇ ਕਿਹਾ ਚੰਗਾ ਭਾਈ, ਇਸ ਤਰ੍ਹਾਂ ਠੀਕ ਹੈ। ਇਹ ਹੁਣ ਜਦੋਂ ਖੇਤ ਜਾਂਦਾ, ਇਹਨੂੰ ਨਾਲ ਲੈ ਜਾਂਦਾ, ਖੇਤ ਕੰਮ ਕਰਨ ਲੱਗ ਗਏ ਨੇ, ਖੇਤੀ ਕਰਨ ਲੱਗ ਗਏ ਨੇ। ਕਰਦਿਆਂ ਕਰਦਿਆਂ ਵਿਚਾਰਾਂ ਰਲ ਗਈਆਂ ਨੇ, ਪਿਆਰ ਪੈ ਗਿਆ ਦੋਵਾਂ ਦਾ। ਤੇ ਇਸ ਨੇ ਕਿਹਾ ਭਾਈ ਗੁਰਮੁਖ ਪਿਆਰਿਆ ਜੀ, ਐਤਕੀ ਆਪਾਂ ਕਣਕ ਉੱਚੇ ਥਾਂ ਤੇ ਬੀਜ ਦਈਏ ਨਾ ਤੇ ਵਧੀਆ ਰਵਾਂਗੇ। ਕਹਿੰਦਾ ਜੀ ਕਿਉਂ? ਕਹਿੰਦਾ ਮੇਰਾ ਅਨੁਮਾਨ ਹੈ ਵੀ ਐਤਕੀ ਬਾਰਿਸ਼ਾਂ ਜ਼ਿਆਦੀਆਂ ਹੋਣਗੀਆਂ, ਤੇ ਨੀਵੇਂ ਥਾਂ ਨੇ ਜਿਹੜੇ ਉੱਤੇ ਪਾਣੀ ਖੜ ਜਾਣਾ, ਤੇ ਪਾਣੀ ਦੇ ਵਿੱਚ ਕਣਕ ਨੇ ਮਰ ਜਾਣਾ ਹੈ। ਧੰਨ ਗੁਰਬਾਣੀ ਦੇ ਅੰਦਰ ਵੀ ਫਰਮਾਨ ਹੁੰਦਾ ਸਾਨੂੰ ਸਮਝਾਉਣ ਦੇ ਲਈ, ਰਤੀ ਧੋ ਨ ਪਲਵੈ ਜੇ ਜਲ ਡੁੱਬੀ ਦੇ। ਉੱਥੇ ਗੁਰੂ ਜੀ ਨੇ ਸਾਨੂੰ ਇਹ ਦੱਸਿਆ ਵੀ ਪਾਣੀ ਹੈ ਨਾ ਜਿਹੜਾ, ਜਿਹੜੀ ਚੀਜ਼ ਇਹਦੇ 'ਚ ਡੁੱਬ ਕੇ ਮਰ ਜਾਵੇ ਉਹ ਫਿਰ ਹਰੀ ਨਹੀਂ ਹੁੰਦੀ, ਤੇ ਸੋਕੇ ਦੇ ਨਾਲ ਜਿਹੜੀ ਚੀਜ਼ ਕਮਲਾ ਜਾਵੇ, ਸੁੱਕ ਜਾਵੇ, ਤੇ ਉਸ ਨੂੰ ਪਾਣੀ ਲਾ ਦਿਓ ਤੇ ਹਰੀ ਹੋ ਜਾਂਦੀ ਹੈ। ਫਿਰ ਗੁਰੂ ਜੀ ਨੇ ਉੱਥੇ ਪਾਣੀ ਨੂੰ ਇਸ ਸਿਧਾਂਤ ਦੇ ਨਾਲ ਜੋ ਵਰਤਿਆ ਨਾ, ਉਹ ਸਾਨੂੰ ਇਹ ਸਮਝਾਇਆ ਵੀ ਜੇ ਮਨੁੱਖ ਗਲਤੀਆਂ ਕਰਦਾ ਹੈ, ਗੁਨਾਹ ਕਰਦਾ ਹੈ, ਤੇ ਗੁਰੂ ਉਹਨੂੰ, ਤੇ ਜੇ ਗੁਰੂ ਉਹਨੂੰ ਮਾਰ ਪਾਵੇ ਨਾ, ਤੇ ਫਿਰ ਉਹਨੂੰ ਬਚਾਉਣੀਆਂ ਕੋਈ ਨਹੀਂ।
ਪ੍ਰਤੀਤ ਹੋਏ ਨਾ ਪਲਵੈ। ਜਿਹੜੀ ਕੋਈ ਫਸਲ ਹੈ ਪਾਣੀ ਦੀ ਮਾਰ ਥੱਲੇ ਆ ਗਈ ਹੈ ਤੇ ਉਹ ਫਿਰ ਨਹੀਂ ਬਚੇਗੀ, ਉਹ ਹਰੀ ਨਹੀਂ ਹੋਵੇਗੀ ਕਿਸੇ ਤਰੀਕੇ ਨਾਲ। ਉਹਦੇ ਚੋਂ ਜੇ ਪਾਣੀ ਨੂੰ ਬਖਸ਼ ਲੈਂਦਾ ਹੈ, ਗੁਰੂ ਚਾਹੇ ਤਾਂ ਉਹਨੂੰ ਬਖਸ਼ ਲੈਂਦਾ। ਹੁਣ ਵੇਖੋ ਆਪਣੇ ਸਾਹਮਣੇ ਇਤਿਹਾਸ ਹੈ, ਭਗਤ ਸਧਨਾ ਜੀ ਹੋਏ ਨੇ ਜਿਨ੍ਹਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ ਤੇ ਅਸੀਂ ਉਹਨਾਂ ਨੂੰ ਸਿਰ ਝੁਕਾਉਂਦੇ ਹਾਂ। ਤੇ ਹੈਗੇ ਕੌਣ ਸਨ? ਕਸਾਈ ਸਨ, ਸਧਨਾ ਕਸਾਈ। ਅਜਾਮਲ ਇਹਨਾਂ ਦੀ ਗਿਣਤੀ ਪਾਪੀਆਂ ਦੇ ਵਿੱਚ ਸੀ ਤੇ ਇਹਨਾਂ ਨੂੰ ਵੀ ਬਖਸ਼ ਲਿਆ। ਇਹਨਾਂ ਦਾ ਵੀ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ ਤੇ ਅਸੀਂ ਭਾਈ ਇਹਨਾਂ ਨੂੰ ਵੀ ਸਿਰ ਝੁਕਾਉਂਦੇ ਹਾਂ। ਇਸੇ ਤਰ੍ਹਾਂ ਗਣਕਾ ਹੋਈਏ, ਪੂਤਨਾ ਹੋਈਏ, ਹੋਰ ਅਣਖ ਪਾਪੀ ਹੋਏ ਨੇ ਜਿਨ੍ਹਾਂ ਨੂੰ ਗੁਰੂ ਨੇ ਬਖਸ਼ ਲਿਆ। ਜਿਹੜਾ ਗੁਰੂ ਦਾ ਮਾਰਿਆ ਫਿਰ ਉਹਨੂੰ ਬਖਸ਼ਣੀਆਂ ਕੋਈ ਨਹੀਂ। ਰਹੋ ਵਿਚਾਰ ਧੰਨ ਗੁਰੂ ਸੱਚੇ ਸਤਿਗੁਰੂ ਨੇ ਸਾਨੂੰ ਗਿਆਨ ਦਿੱਤਾ ਹੈ। ਇੱਥੇ ਹਉਮੈ ਦੀ ਗੱਲ ਚੱਲ ਰਹੀ ਹੈ ਤੇ ਹਉਮੈ ਜਿਹੜੀ ਹੈ ਇਹਦੇ ਇੱਕ ਰੂਪ ਨਹੀਂ, ਅਨੇਕਾਂ ਰੂਪ ਨੇ। ਹੁਣ ਇਹ ਗੁਰਮੁਖ ਪਿਆਰਾ ਕਹਿੰਦਾ ਹੈ ਕਿ ਮੀਂਹ ਬੜਾ ਪੈਣਾ ਹੈ ਤੇ ਮੇਰਾ ਅਨੁਮਾਨ ਹੈ ਤੇ ਆਪਾਂ ਫਸਲ ਉੱਚੀ ਜ਼ਮੀਨ 'ਚ ਨਾ ਬੀਜ ਲਈਏ। ਕਹਿੰਦਾ ਚਲੋ ਉੱਚੀ 'ਚ ਕਰ ਲੈਂਦੇ ਹਾਂ, ਤੇਰੇ ਆਖੇ ਲੱਗ ਜਾਂਦੇ ਹਾਂ। ਨੀਵਾਂ ਜਿਹੜਾ ਇਹ ਵਿਹਲਾ ਛੱਡ ਦਿੱਤਾ ਤੇ ਉੱਚੀ 'ਚ ਜ਼ਮੀਨ 'ਚ ਕਣਕ ਬੀਜ ਲਈਏ। ਉਹੀ ਗੱਲ ਹੋਈ ਹੈ, ਮੀਂਹ ਪੈ ਗਏ ਨੇ ਜ਼ਿਆਦਾ, ਪਾਣੀ ਦੀ ਮਾਰ ਹੋ ਗਈ ਹੈ, ਨੀਵੀਆਂ ਮਾਰੀਆਂ ਗਈਆਂ ਨੇ, ਇਹਦੇ ਕੋਲ 4 ਦਾਣੇ ਹੋ ਗਏ ਨੇ। ਹੁਣ ਅਗਲੀ ਫਸਲ ਹੈ ਜਿਹੜੀ ਉਹ ਫੇਰ ਆਉਣੀ ਹੈ ਤੇ ਇਹਨੇ ਫਿਰ ਸੁਝਾਅ ਦੇ ਦਿੱਤਾ ਹੈ। ਹੁਣ ਤਾਂ ਮੰਨਣਾ ਹੀ ਸੀ ਕਿਉਂਕਿ ਤਸੱਲੀ ਹੋ ਗਈ ਨਾ ਵੀ ਇਹਦਾ ਅਨੁਮਾਨ ਗਲਤ ਨਹੀਂ। ਮੰਨ ਲਿਆ, ਫਿਰ ਚੰਗੀ ਫਸਲ ਹੋ ਗਈ ਹੈ। ਹੁਣ ਪਿੰਡ ਦੇ ਵਿੱਚ ਜਿਹੜੇ ਵੱਡੇ ਵੱਡੇ ਸਨ ਉਹਨਾਂ ਦੀ ਫਸਲ ਕਿਸੇ ਦੀ ਪਾਣੀ ਨਾਲ ਮਾਰੀ ਗਈ ਹੈ, ਕਿਸੇ ਦੀ ਸੋਕੇ ਨਾਲ ਮਾਰੀ ਗਈ ਹੈ। ਇਹਦੇ ਕੋਲ 4 ਦਾਣੇ ਹੋ ਗਏ ਨੇ ਤੇ ਹੁਣ ਇਹ ਕਹਿੰਦਾ ਫਿਰ ਲੋਕਾਂ ਨੂੰ ਕੀ ਪਤਾ ਲੱਗੇ ਵੀ ਆਪਾਂ ਵੀ ਪਿੰਡ 'ਚ ਵੱਸਦੇ ਹਾਂ, ਇਹ ਆਪਾਂ ਪਾਵਾ ਗਏ। ਵੀ ਲੋਕਾਂ ਨੂੰ ਕਿਵੇਂ ਪਤਾ ਲੱਗੇ ਵੀ ਸਾਡੇ ਕੋਲ 4 ਦਾਣੇ ਨੇ? ਲੋਕਾਂ ਨੂੰ ਤਾਂ ਹੀ ਪਤਾ ਲੱਗੇਗਾ ਨਾ ਜੇ ਚੰਗੀ ਸੋਹਣੀ ਜੁੱਤੀ ਪਾਈ ਹੋਏਗੀ, ਸੋਹਣੇ ਕੱਪੜੇ ਪਾਏ ਹੋਣਗੇ, ਸੋਹਣਾ ਥੱਲੇ ਸਾਧਨ ਹੋਏਗਾ। ਇਸ ਵਾਸਤੇ ਅਸੀਂ ਚੰਗੇ ਕੱਪੜੇ ਲੈਂਦੇ ਹਾਂ। ਨਗੇਜ ਤਾਂ ਮਾੜੇ ਨਾਲ ਵੀ ਢੱਕਿਆ ਜਾਣਾ ਹੈ, ਅਸੀਂ ਨਗੇਜ ਢੱਕਣ ਦੇ ਮਾਰੇ ਕੱਪੜੇ ਨਹੀਂ ਲੈਂਦੇ, ਹਉਮੈ ਦੇ ਮਾਰੇ ਕੱਪੜੇ ਲੈਂਦੇ ਹਾਂ ਵੀ ਲੋਕਾਂ ਨੂੰ ਪਤਾ ਲੱਗੇ ਵੀ ਇਸ ਦੇ ਕੋਲ 4 ਦਾਣੇ ਹੈਗੇ ਨੇ, ਇਹਦੇ ਕੋਲ 4 ਪੈਸੇ ਹੈਗੇ ਨੇ ਤੇ ਅਸੀਂ ਵੀ ਪਿੰਡ 'ਚ ਵੱਸਦੇ ਹਾਂ ਤੇ ਕਮਾਈ ਕਰਦੇ ਹਾਂ। ਕੀ ਹੋਇਆ? ਹੁਣ ਪ੍ਰੋਗਰਾਮ ਰੱਖਿਆ ਗਿਆ। ਜਦੋਂ ਪ੍ਰੋਗਰਾਮ ਰੱਖਿਆ ਗਿਆ ਸਾਰੇ ਪਿੰਡ ਨੂੰ ਨਿਯੋਤਾ ਦਿੱਤਾ ਗਿਆ ਵੀ ਅੱਜ ਲੰਗਰ ਪਾਣੀ ਮੇਰੇ ਘਰ ਦੇ ਵਿੱਚ ਸਾਰਿਆਂ ਦੇ। ਹੁਣ ਭਾਈ ਸਾਰੇ ਜਿਹੜੇ ਨੇ ਉਹ ਮਿੱਠਾ ਖਾਣ ਵਾਲੇ ਨਹੀਂ ਹੁੰਦੇ, ਵਿੱਚ ਕੁਝ ਕੜਤਨ ਖਾਣ ਵਾਲੇ ਨਹੀਂ ਹੁੰਦੇ ਨੇ, ਉਹਨਾਂ ਦਾ ਵੀ ਇੰਤਜ਼ਾਮ ਕੀਤਾ ਗਿਆ। ਜਦੋਂ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ ਤੇ ਫਿਰ ਭਾਈ ਛਿੱਤਰ ਪੋਲਾ ਵੀ ਹੁੰਦਾ ਹੈ। ਇਹ ਕਰਤੂਤ ਹੀ ਇਸ ਤਰ੍ਹਾਂ ਦੀ ਕਰਵਾਉਂਦੀ ਹੈ। ਜਦੋਂ ਇਸ ਤਰ੍ਹਾਂ ਦਾ ਕੰਮ ਹੋ ਗਿਆ ਤੇ ਸਾਰੇ ਰੁੱਸ ਕੇ ਲੜ ਕੇ ਚਲੇ ਗਏ ਨੇ, ਇਕੱਲਾ ਹੀ ਵਿਚਾਰਾ ਰਹਿ ਗਿਆ ਜਾਂ ਪਰਿਵਾਰ ਰਹਿ ਗਏ ਤੇ ਇਹ ਜਿਹੜਾ ਸੁਝਾਅ ਦੇ ਨਾਲ ਅਸੀਂ ਨਾ ਇਹ ਵੀ ਤੁਰ ਪਿਆ। ਫਿਰ ਇਹਦੀ ਬਾਂਹ ਫੜਦੀ, ਤੂੰ ਕਿੱਧਰ ਜਾਣਾ? ਤੂੰ ਤਾਂ ਮੇਰਾ ਕੰਮ ਹੈ। ਕਹਿੰਦਾ ਮੇਰਾ ਬਸ ਇੰਨਾ ਹੀ ਕੰਮ ਸੀ, ਇਹਨੂੰ ਰੱਬ ਦੇ ਨਾਲੋਂ ਤੋੜਨਾ ਸੀ, ਹੋਰ ਮੇਰਾ ਕੰਮ ਹੀ ਕੋਈ ਨਹੀਂ ਸੀ। ਤੇਰੇ ਅੰਦਰ ਹਉਮੈ ਲੈ ਕੇ ਆਉਣੀ ਸੀ ਤੇ ਇਸ ਹਉਮੈ ਦੇ ਨਾਲ ਤੂੰ ਮਨਮੁਖ ਹੋ ਜਾਣਾ ਸੀ, ਮਨਮੁਖਾਂ ਵਾਲਾ ਕੰਮ ਕਰ ਲਿਆ ਤੂੰ, ਬਸ ਮੇਰਾ ਇਤਨਾ ਹੀ ਕੰਮ ਸੀ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਨੂੰ ਇੱਥੇ ਦੱਸਦੇ ਨੇ ਵੀ ਇਸ ਤਰ੍ਹਾਂ ਇਹ ਜਿਹੜੀ ਹਉਮੈ ਹੈ ਨਾ, ਮਾਰਿਓ ਵੇ ਜਨ ਹਉਮੈ, ਇਸ ਹਉਮੈ ਨੂੰ ਮਾਰ ਨਾ ਕਰੀਏ। ਇਹ ਹਉਮੈ ਮਰ ਜਾਵੇ। ਵਿਖਿਆ ਇਹ ਜ਼ਹਿਰ ਹੈ। ਇਹ ਜ਼ਹਿਰ ਜਿਹੜਾ ਇਹ ਸਾਡੇ ਅਧਿਆਤਮਕ ਜੀਵਨ ਨੂੰ ਨਾਸ ਕਰ ਦਿੰਦਾ, ਭ੍ਰਸ਼ਟ ਕਰ ਦਿੰਦਾ, ਸਾਨੂੰ ਗੁਰਮੁਖ ਨਹੀਂ ਰਹਿਣ ਦਿੰਦਾ। ਗੁਰਮੁਖਤਾ ਹੀ ਖਤਮ ਹੋ ਜਾਂਦੀ ਹੈ। ਜਿਨ ਹਰ ਪ੍ਰਭੂ ਮਿਲ ਨਾ ਦਿੱਤੀ ਆ, ਇਹ ਹਰੀ ਪ੍ਰਭੂ ਪਰਮਾਤਮਾ ਦੇ ਨਾਲ ਨਹੀਂ ਮਿਲਦਾ ਹੈਗਾ। ਇਹ ਉਹ ਬਿਮਾਰੀ ਹੈ, ਉਹ ਜ਼ਹਿਰ ਹੈ, ਉਹ ਗੰਦਗੀ ਹੈ ਜਿਹੜੀ ਮਨੁੱਖ ਨੂੰ ਲੱਗ ਜਾਵੇ ਤੇ ਪਰਮਾਤਮਾ ਦੇ ਨਾਲੋਂ ਫਿਰ ਦੂਰੀ ਬਣ ਜਾਂਦੀ ਹੈ, ਵਿੱਥ ਪੈ ਜਾਂਦੀ ਹੈ।
ਅੱਗੇ ਗੁਰੂ ਜੀ ਰਹਿਮਤ ਕਰਦੇ ਨੇ, ਸਾਨੂੰ ਦੱਸਦੇ ਨੇ, ਦੇਹ ਕੰਚਨ ਧਾਤੂਆਂ ਨੇ ਸਾਰੀਆਂ, ਉਹਨਾਂ ਸਾਰੀਆਂ ਧਾਤੂਆਂ ਦੇ ਵਿੱਚੋਂ ਜਿਹੜਾ ਸੋਨਾ ਹੈ ਇਹ ਵੀ ਇੱਕ ਧਾਤ ਹੈ, ਪਰ ਇਹ ਬੜਾ ਅਮੋਲਕ ਹੈ। ਉਸੇ ਤਰ੍ਹਾਂ 84 ਲੱਖ ਜੂਨਾਂ ਦੇ ਵਿੱਚੋਂ ਮਨੁੱਖਾ ਜੂਨ ਹੈ ਜਿਹੜੀ, ਇਹ ਬੜੀ ਅਮੋਲਕ ਹੈ। ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਨ ਕੀ ਤੇਰੀ ਇਹ ਬਰੀਆ। ਇਹ ਸਾਡੀ ਹੈ ਤਾਂ ਵਾਰੀ ਉਸ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ। ਇਸੇ ਸਰੀਰ ਦੇ ਨਾਲ ਹੀ ਉਸ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਤਾਂ ਤੇ ਗੁਰੂ ਮਹਾਰਾਜ ਜੀ ਇਸ ਦੀ ਤੁਲਨਾ ਸੋਨੇ ਦੇ ਨਾਲ ਕਰਦੇ ਨੇ, ਤੇ ਸੋਨੇ ਦੇ ਨਾਲ ਤੁਲਨਾ ਕਰਨ ਦਾ ਕਾਰਨ ਇਹ ਕਿ ਸਾਰੀਆਂ ਧਾਤੂਆਂ ਦੇ ਵਿੱਚੋਂ ਜਿਹੜੀ ਅਮੋਲਕ ਧਾਤੂ ਇਹ ਸੋਨਾ ਹੀ ਹੈ। ਵੇ ਬੰਨੀਆਂ, ਇਹ ਸੋਨੇ ਬੰਨੀ ਹੈ। ਬੰਨੀ ਦਾ ਅਰਥ ਹੁੰਦਾ, ਇੱਕ ਹੁੰਦਾ ਵਰਗੀ, ਤੇ ਇੱਕ 12 ਬੰਨੀ ਦਾ ਸੋਨਾ ਜਿਹੜਾ ਉਹਨੂੰ ਸ਼ੁੱਧ ਮੰਨਿਆ ਗਿਆ। ਦੋਵੇਂ ਅਰਥ ਹੀ ਸਮਝ ਲੈਣੇ ਨੇ। ਇਨ ਹਉਮੈ, ਇਹ ਸਰੀਰ ਸੀ ਜਿਹੜਾ ਹੈਗਾ ਤਾਂ ਸੋਨੇ ਵਰਗਾ ਸੀ, ਅਮੋਲਕ ਸੀ। 84 ਲੱਖ ਜੂਨਾਂ ਦੇ ਵਿੱਚੋਂ ਸ਼੍ਰੋਮਣੀ ਸੀ, ਪਰ ਇਸ ਹਉਮੈ ਨੇ ਮਾਰ ਬਗੁਤੀਆ, ਇਸ ਸਰੀਰ ਨੂੰ ਮਾਰ ਕੇ ਨਾਸ ਕਰ ਦਿੱਤਾ ਹੈ, ਇਸ ਸਰੀਰ ਨੂੰ ਭ੍ਰਸ਼ਟ ਕਰ ਦਿੱਤਾ ਹੈ ਜੀ। ਮੋਹ ਮਾਇਆ ਵੇ ਸਭ ਕਾਲਖਾ, ਇਨ ਮਨ ਮੁਖ ਮੂੜ ਸੁਜਤੀਆ। ਮੋਹ ਤੇ ਮਾਇਆ ਇਹ ਵੀ ਹਉਮੈ ਦੇ ਰੂਪ ਨੇ। ਮੋਹ ਜਿਹੜਾ ਇਹ ਵੀ ਹਉਮੈ ਦੇ ਰੂਪ ਹੈ। ਹਉਮੈ ਦਾ ਕੋਈ ਇੱਕ ਰੂਪ ਨਹੀਂ, ਬੜੇ ਰੂਪ ਨੇ। ਮੋਹ ਆਪਣਿਆਂ ਦਾ ਮੋਹ ਤੇ ਦੂਜਿਆਂ ਦੇ ਨਾਲ ਫਿਰ ਵਿਤਕਰਾ। ਮੋਹ ਮਾਇਆ, ਮਾਇਆ ਦੇ ਨਾਲ ਪ੍ਰੀਤ, ਇਹ ਸਾਰੇ ਹਉਮੈ ਦੇ ਰੂਪ ਨੇ। ਜੇ 4 ਪੈਸੇ ਹੋਣਗੇ ਤੇ ਹਉਮੈ ਜਿਹੜੀ ਹੈ ਫਿਰ ਹੀ ਆਏਗੀ ਨਾ। ਫਿਰ ਮਨੁੱਖ ਜਿਹੜਾ ਇਸ ਮਾਇਆ ਦੇ ਨਾਲ ਮੋਹ ਪਾਉਂਦਾ ਹੈ ਵੀ ਇਸ ਮਾਇਆ ਦੇ ਨਾਲ ਮੇਰਾ ਵੀ ਪਤਾ ਲੱਗੇ ਵੀ ਮੈਂ ਪਿੰਡ ਦੇ ਵਿੱਚ ਵੱਸਦਾ ਹਾਂ, ਮੇਰੇ ਕੋਲੇ 4 ਪੈਸੇ ਨੇ। ਇੱਕ ਸਾਖੀ ਧਿਆਨ ਦੇ ਵਿੱਚ ਆ ਗਈ ਹੈ ਤਾਂ ਥੋੜੀ ਜਿਹੀ ਹੋਰ ਸਾਖਦੀ, ਪਰ ਮੈਂ ਹੁਣ ਸਮਝਾਉਣ ਦਾ ਯਤਨ ਕਰਾਂਗਾ ਵੀ ਇਹ ਮਾਇਆ ਜਿਹੜੀ, ਇਹਦਾ ਮੋਹ ਕਿਵੇਂ ਆਉਂਦਾ ਤੇ ਮਨੁੱਖ ਇਹਦੇ ਨਾਲ ਹਉਮੈ ਦੇ ਵਿੱਚ ਕਿਵੇਂ ਜਾਂਦਾ ਹੈ। ਇੱਕ ਕੋਈ ਗਰੀਬ ਜਿਹਾ ਪਰਿਵਾਰ ਹੈ, ਉਹ ਝੁੱਗੀ ਦੇ ਵਿੱਚ ਰਹਿੰਦਾ ਹੈ, ਮਕਾਨ ਵੀ ਨਹੀਂ। ਇਤਨੀ ਗਰੀਬੀ ਹੈ ਘਰੇ ਕਿ ਮਕਾਨ ਵੀ ਨਹੀਂ ਹੈਗਾ ਰਹਿਣ ਨੂੰ। ਕੁੱਲੀ ਬਣਾ ਰੱਖੀ ਹੈ ਕੱਖਾਂ ਦੀ ਤੇ ਉਹਦੇ ਵਿੱਚ ਵਾਸਾ ਹੈ। ਗੁਰੂ ਨੇ ਕਿਰਪਾ ਕੀਤੀ ਹੈ, ਦਿਨ ਜਿਹੜੇ ਨੇ ਉਹ ਬਦਲ ਆਏ ਨੇ, 4 ਪੈਸੇ ਆ ਗਏ ਨੇ। ਤੇ ਔਰਤ ਜਿਹੜੀ ਉਹਨੂੰ ਛਾਪ ਮਿਲ ਗਈ ਹੈ ਪਾਣ ਨੂੰ, ਉਹਨੂੰ ਮੁੰਦਰੀ ਜਿਹੜੀ ਹੈ ਉਹ ਮਿਲ ਗਈ ਹੈ ਪਾਣ ਨੂੰ, ਬਣਵਾ ਦਿੱਤੀ ਹੈ। 4 ਪੈਸੇ ਆ ਗਏ ਨੇ, ਦਿਨ ਫੁਰਾਏ ਨੇ। ਇਹਦੇ ਅੰਦਰ ਹੁਣ ਆਪਾ ਭਾਵ ਆ ਗਏ, ਹਉਮੈ ਆ ਗਈ ਵੀ ਲੋਕਾਂ ਨੂੰ ਕਿਵੇਂ ਪਤਾ ਲੱਗੇ ਵੀ ਮੈਂ ਮੁੰਦਰੀ ਬਣਵਾਈ ਹੈ ਤੇ ਮੇਰੇ ਕੋਲ ਮੁੰਦਰੀ ਹੈ। ਇਹਨੇ ਆਪਣੀ ਕੁੱਲੀ ਨੂੰ ਅੱਗ ਲਾ ਦਿੱਤੀ ਹੈ। ਹੁਣ ਲੋਕੀ ਸਨ ਜਿਹੜੇ ਉਹ ਗਏ ਨੇ ਵਿਚਾਰੇ ਵੀ ਜਾ ਕੇ ਪਤਾ ਲੈਂਦੇ ਆ, ਗਰੀਬ ਬੰਦੇ ਸੀ ਤੇ ਕੁੱਲੀ 'ਚ ਰਹਿੰਦੇ ਸੀ ਤੇ ਕੁਝ ਬਚਿਆ ਕਿ ਨਹੀਂ। ਜਦੋਂ ਅਸੀਂ ਜਾ ਕੇ ਪੁੱਛਿਆ ਭਾਈ ਕੋਈ ਬਚਿਆ ਕਿ ਨਹੀਂ, ਤੇ ਉਹਨੇ ਨਾ ਇਸ ਤਰ੍ਹਾਂ ਅੱਗੇ ਉਂਗਲ ਕਰਤੀ, ਕਹਿੰਦੀ ਆ ਇੱਕ ਮੁੰਦਰੀ ਬਚੀ ਹੈ, ਬਾਕੀ ਤਾਂ ਸਾਰਾ ਕੁਝ ਇਸ ਤਰ੍ਹਾਂ ਦੀਆਂ ਕਰਵਾਉਂਦਾ ਹੈ। ਹੁਣ ਇੱਥੇ ਇਹ ਨਾ ਸਮਝਣਾ ਵੀ ਕੱਖਾਂ ਦੀ ਕੁੱਲੀ ਸੜੀ ਹੈ, ਇੱਥੇ ਇਹ ਸਮਝਣਾ ਵੀ ਸਾਡਾ ਜੀਵਨ ਹੀ ਸਾੜ ਦਿੰਦੇ ਅਸੀਂ, ਵੀ ਲੋਕਾਂ ਨੂੰ ਇਹ ਪਤਾ ਲੱਗੇ ਵੀ ਇਹਦੇ ਕੋਲ 4 ਪੈਸੇ ਹੈਗੇ ਨੇ। ਜੀਵਨ ਸੜ ਜੇ ਕੋਈ ਗੱਲ ਨਹੀਂ, ਫਾਹ ਲੈ ਕੇ ਸਾਨੂੰ ਮਰਨਾ ਮਨਜ਼ੂਰ ਹੈ, ਕੋਲ ਪੈਸੇ ਨਹੀਂ। ਉਸ ਦੇ ਲਈ ਕੀ ਕਰਦੇ ਹਾਂ, ਫਿਰ ਅਸੀਂ ਕਰਜ਼ਾ ਲੈਂਦੇ ਹਾਂ। ਤੇ ਕਰਜ਼ਾ ਜਦੋਂ ਲੈਂਦੇ ਹਾਂ, ਕਰਜ਼ਾ ਲਈ ਜਾਂਦੇ ਹਾਂ ਤੇ ਫਿਰ ਭਾਈ ਮਰਨਾ ਹੀ ਹੈ ਨਾ ਅਖੀਰ ਨੂੰ। ਫਿਰ ਕੁੱਲੀ ਨੂੰ ਅੱਗ ਹੀ ਲਾਣੀ ਹੈ ਨਾ। ਫਿਰ ਇਹ ਸਰੀਰ ਕੁੱਲੀ ਹੈ ਤੇ ਇਹਨੂੰ ਫਾਹ ਦੇ ਕੇ ਮਾਰ ਦਿੰਦੇ ਵੀ ਤੂੰ ਮਰ ਜਾ ਹੁਣ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਮੋਹ ਮਾਇਆ, ਇਹ ਮੋਹ ਹੈ ਜਿਹੜਾ ਮਾਇਆ ਦਾ, ਇਹ ਕੁੱਲੀ ਸਾੜ ਕੇ ਤੇ ਮੁੰਦਰੀ ਵਿਖਾਉਣ ਦਾ ਜਿਹੜਾ ਯਤਨ ਕਰਦਾ ਨਾ ਲੋਕਾਂ ਨੂੰ, ਵੀ ਲੋਕੀ ਮੇਰਾ ਪਤਾ ਲੈਣ ਆਉਣਗੇ ਤੇ ਮੈਂ ਉਂਗਲ ਅੱਗੇ ਕਰਾਂਗਾ ਵੀ ਆਹ ਵੇਖਾ ਮੁੰਦਰੀ ਬਚੀ ਏ,
ਮੋਹ ਮਾਇਆ ਵੇ ਸਭ ਕਾਲਖਾ, ਇਹ ਹੁਣ ਕਾਲਖੇ ਸਾਰੀ। ਇਹ ਸਾਡੇ ਜੀਵਨ ਦੇ ਵਿੱਚ ਸਾਨੂੰ ਕਾਲਖ ਲੱਗ ਗਈ ਏ। ਇਨ ਮਨਮੁਖ, ਤੇ ਇਹ ਮਨਮੁਖ ਹੋ ਗਿਆ, ਗੁਰੂ ਤੋਂ ਮਨਮੁਖ ਹੋ ਗਿਆ। ਮੂੜ ਨਾ ਮੁੜਨ ਵਾਲਾ, ਮੂੜ ਉਹਨੂੰ ਕਹਿੰਦੇ ਨੇ ਜਿਹੜਾ ਮੁੜੇ ਨਾ। ਆਖਿਆ ਸੀ ਵੀ ਤੂੰ ਗਲਤ ਕਰਦਾ ਤੇ ਤਾਂ ਮੁੜਿਆ। ਮੂੜ ਉਹਨੂੰ ਆਖਿਆ ਜਾਂਦਾ ਏ ਜਿਹਨੂੰ ਇਹ ਪਤਾ ਲੱਗ ਜੇ ਵੀ ਮੈਨੂੰ ਮੇਰੇ ਭੈਣ ਭਰਾਵਾਂ ਨੇ, ਸਾਖ ਸੰਬੰਧੀਆਂ ਨੇ, ਸੱਜਣਾ ਮਿੱਤਰਾਂ ਨੇ ਆਖਿਆ ਵੀ ਤੂੰ ਆਹ ਕੰਮ ਗਲਤ ਕਰਦਾ ਤੇ ਨਾ ਕਰ, ਤੇ ਉਹਨੂੰ ਵੀ ਮੈਂ ਗਲਤੀ ਕਰ ਰਿਹਾ ਤੇ ਹੈਗਾ ਕੰਮ ਗਲਤ ਤੇ, ਪਰ ਉਹ ਮੁੜੇ ਫਿਰ ਵੀ ਨਾ। ਫਿਰ ਕਿਉਂ ਨਹੀਂ ਮੁੜਦਾ? ਉਹਦੇ ਅੰਦਰ ਹਉਮੈ ਹੈ, ਤੇ ਹਉਮੈ ਜਿਹੜੀ ਏ ਉਹ ਇਹਨੂੰ ਆਖ ਰਹੀ ਏ ਵੀ ਜੇ ਤੂੰ ਹੁਣ ਮੁੜ ਗਿਆ ਨਾ ਤੇ ਤੈਨੂੰ ਲੋਕੀ ਆਖਣਗੇ ਸਿੰਘ ਦੇ ਆਖੇ ਲੱਗ ਕੇ ਮੁੜ ਗਏ। ਸਿੰਘ ਨੇ ਆਖਿਆ ਸੀ ਤੇ ਤਾਂ ਇਹ ਮੁੜਿਆ। ਇਨ ਮਨਮੁਖ, ਇਹ ਮਨਮੁਖ ਹੈ। ਮੂੜ ਸੰਜੋਤੀਆ, ਇਹ ਮਨਮੁਖ ਹੈ ਤੇ ਮੂਰਖ ਹੈ। ਤੇ ਫਿਰ ਇਹਨੂੰ ਪੈਂਦੀਆਂ ਕੀ ਨੇ? ਜੁੱਤੀਆਂ। ਇਹਨੂੰ ਜੁੱਤੀਆਂ ਪੈਂਦੀਆਂ ਨੇ, ਛਿੱਤਰ ਪੈਂਦੇ ਨੇ ਕਿ ਮੂਰਖ ਮੱਤ ਦੇ ਨਾਲ, ਮਨਮੁਖਾਂ ਵਾਲੀ ਮੱਤ ਦੇ ਨਾਲ ਜੀ। ਜਨ ਨਾਨਕ ਗੁਰਮੁਖ ਉਬਰੇ, ਗੁਰ ਛਟੀਆ। ਗੁਰੂ ਜੀ ਰਹਿਮਤ ਕਰਦੇ ਨੇ, ਗੁਰਮੁਖ ਜਿਹੜੇ ਉਹ ਬਚ ਰਹਿੰਦੇ ਨੇ। ਉਬਰੇ ਦਾ ਅਰਥ ਹੁੰਦਾ ਬਚ ਰਹਿਣਾ। ਗੁਰੂ ਜੀ ਰਹਿਮਤ ਕਰਦੇ ਨੇ ਜਿਹੜੇ ਗੁਰਮੁਖ ਨੇ ਨਾ ਉਹ ਬਚ ਰਹਿੰਦੇ ਨੇ। ਕਿਉਂ ਬਚ ਰਹਿੰਦੇ ਨੇ? ਗੁਰ ਸ਼ਬਦੀ, ਉਹ ਗੁਰੂ ਦੇ ਸ਼ਬਦ ਦੇ ਨਾਲ ਜੁੜਦੇ ਨੇ। ਹੁਣ ਵਾਹਿਗੁਰੂ ਸ਼ਬਦ ਹੈ ਜਿਹੜਾ ਇਹ ਗੁਰੂ ਦਾ ਮੰਤਰ ਹੈ, ਤੇ ਜਿਹੜੇ ਗੁਰਮੁਖ ਪਿਆਰੇ ਨੇ ਵਾਹਿਗੁਰੂ ਸ਼ਬਦ ਦੀ ਕਮਾਈ ਕਰ ਲਈ, ਵਾਹਿਗੁਰੂ ਸ਼ਬਦ ਨੂੰ ਜਪ ਲਿਆ ਨਾ, ਉਹਦੇ ਅੰਦਰ ਦੀ ਜਿਹੜੀ ਹਉਮੈ ਹੈ ਇਹ ਨਾਸ ਹੋ ਜਾਵੇਗੀ। ਤੇ ਗੁਰਮੁਖ ਜਿਹੜਾ ਉਹ ਮੂੜ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਉਹਨੇ ਬੱਚੇ ਦੀ ਗੱਲ ਤੇ ਵੀ ਨਾ ਬੜੀ ਸੋਝੀ ਰੱਖਣੀ, ਬੜਾ ਧਿਆਨ ਰੱਖਣਾ ਹੈ। ਕਹਿੰਦੇ ਨੇ ਸੁਕਰਾਤ ਇੱਕ ਵਾਰੀ ਜਾ ਰਿਹਾ ਸੀ, ਤੇ ਜਦੋਂ ਜਾ ਰਿਹਾ ਸੀ ਉਹਨੇ ਕੀ ਦੇਖਿਆ ਵੀ ਇੱਕ ਬੱਚਾ ਹੈ ਤੇ ਉਹ ਚਿੱਕੜ ਦੇ ਵਿੱਚੋਂ ਨਾ ਜਲਦੀ ਦੇ ਨਾਲ ਗੁਜ਼ਰ ਰਿਹਾ ਹੈ। ਤੇ ਇਸ ਨੇ ਉਸ ਬੱਚੇ ਨੂੰ ਆਖਿਆ, ਪੁੱਤਰ ਜੀ ਤੁਸੀਂ ਡਿੱਗ ਪਓਗੇ, ਚਿੱਕੜ ਦੇ ਵਿੱਚ ਤਿਲਕ ਪਓਗੇ, ਆਰਾਮ ਦੇ ਨਾਲ ਤੁਰੋ, ਸੋਝੀ ਦੇ ਨਾਲ ਤੁਰੋ। ਤੇ ਉਹ ਬੱਚਾ ਖੜ ਗਿਆ ਤੇ ਸੁਕਰਾਤ ਨੂੰ ਕਹਿੰਦਾ, ਗਿਆਨੀ ਜੀ ਜੇ ਮੈਂ ਤਿਲਕ ਗਿਆ ਤੇ ਕੁਝ ਨਹੀਂ ਹੋਣਾ, ਮੈਂ ਜੇ ਡਿੱਗ ਪਿਆ ਤੇ ਕੁਝ ਨਹੀਂ ਹੋਣਾ। ਜੇ ਤੁਸੀਂ ਤਿਲਕ ਗਏ ਤੇ ਲੋਕਾਂ ਨੇ ਕਹਿਣਾ ਗਿਆਨੀ ਜੀ ਤਿਲਕ ਗਏ ਨੇ, ਗਿਆਨੀ ਜੀ ਡਿੱਗ ਪਏ ਨੇ, ਗਿਆਨੀ ਜੀ ਚਿੱਕੜ ਦੇ ਵਿੱਚ ਲਿਬੜ ਗਏ ਨੇ। ਤੇ ਸੁਕਰਾਤ ਨੇ ਆਪਣੇ ਜੀਵਨ ਦੇ ਵਿੱਚ ਲਿਖਿਆ, ਕਹਿੰਦਾ ਫਿਰ ਉਸ ਦਿਨ ਤੋਂ ਅੰਦਰ ਦੀ ਅਵਸਥਾ ਦੇ ਨਾਲ ਜੋੜ ਲਿਆ ਵੀ ਬੱਚੇ ਨੇ ਮੈਨੂੰ ਅੰਦਰ ਦੀ ਅਵਸਥਾ ਆਖਿਆ ਵੀ ਜੇ ਮੈਂ ਅੰਦਰੋਂ ਡਿੱਗ ਪਿਆ ਨਾ, ਅੰਦਰੋਂ ਲਿਬੜ ਗਿਆ ਤੇ ਸਾਰਿਆਂ ਨੂੰ ਪਤਾ ਲੱਗ ਜਾਣਾ ਵੀ ਗਿਆਨੀ ਜੀ ਜਿਹੜੇ ਨੇ ਅੰਦਰੋਂ ਲਿਬੜ ਗਏ ਨੇ, ਅੰਦਰੋਂ ਡਿੱਗ ਪਏ ਨੇ। ਤੇ ਮੈਂ ਤਾਂ ਬੱਚਿਆਂ ਦਾ ਤਾਂ ਕੰਮ ਹੀ ਚਿੱਕੜ 'ਚ ਖੇਡਣਾ ਹੁੰਦਾ ਹੈ। ਬੱਚਿਆਂ ਨੂੰ ਚਿੱਕੜ ਵੈਸੇ ਵੀ ਪਿਆਰਾ ਹੁੰਦਾ ਹੈ। ਜਨ ਨਾਨਕ ਗੁਰਮੁਖ ਉਬਰੇ, ਧੰਨ ਗੁਰੂ ਜੀ ਰਹਿਮਤ ਕਰਦੇ ਨੇ ਜਿਹੜੇ ਗੁਰਮੁਖ ਨੇ ਨਾ ਉਹ ਇਸ ਤਰ੍ਹਾਂ ਆਪਾਂ ਸੋਚ ਕੇ ਰੱਖਦੇ ਨੇ ਵੀ ਕਿਤੇ ਅਸੀਂ ਤੇ ਉਹ ਬਚ ਰਹਿੰਦੇ ਨੇ। ਤੇ ਇਹ ਜਿਹੜੀ ਹਉਮੈ ਹੈ ਇਹ ਹੈ ਚਿੱਕੜੀ। ਮੋਹ ਜਿਹੜਾ ਇਹ ਚਿੱਕੜ, ਗੁਰਬਾਣੀ ਦੇ ਅੰਦਰ ਇਹਨੂੰ ਚਿੱਕੜ ਦੱਸਿਆ। ਮੋਹ ਪੰਕ ਜੋ ਅੱਗ ਨਹੀਂ ਚਾਲੇ, ਇਹ ਮੇਰੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ, ਜਿਹੜਾ ਮੋਹ ਦਾ ਵਾਹਿਗੁਰੂ ਨਹੀਂ ਆਖਿਆ ਜਾਂਦਾ ਜਦੋਂ ਅੰਦਰ ਮੋਹ ਹੋਵੇ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਜਨ ਨਾਨਕ ਗੁਰਮੁਖ ਉਬਰੇ, ਜਿਹੜੇ ਗੁਰਮੁਖ ਨੇ ਉਹ ਬਚ ਰਹਿੰਦੇ ਨੇ। ਇੱਕ ਹੋਰ ਬੱਚੇ ਦੀ ਸਾਖੀ ਸੁਕਰਾਤ ਦੇ ਜੀਵਨ ਦੇ ਨਾਲ ਜੁੜੀ ਦਾਸ ਦੇ ਧਿਆਨ ਦੇ ਵਿੱਚ ਆ ਗਈ ਹੈ। ਸੁਕਰਾਤ ਸੀ ਜਿਹੜਾ ਸਮੁੰਦਰ ਦੇ ਕੰਢੇ ਤੇ ਤੁਰਿਆ ਜਾਂਦਾ ਸੀ ਤੇ ਬੜਾ ਉਦਾਸ ਹੋ ਗਿਆ, ਉਦਾਸ ਹੋ ਕੇ ਬੈਠ ਗਿਆ। ਉਦਾਸ ਹੋ ਕੇ ਬੈਠ ਗਿਆ ਤੇ ਬੱਚਾ ਆਇਆ ਤੇ ਕਹਿੰਦਾ, ਕਿਵੇਂ ਸੁਕਰਾਤ ਜੀ ਤੁਸੀਂ ਉਦਾਸੀ ਦੇ ਵਿੱਚ ਕਿਉਂ? ਕਹਿੰਦਾ ਉਦਾਸੀ ਦੇ ਵਿੱਚ ਇਸ ਕਰਕੇ ਆ ਕਿ ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਗਿਆਨ ਹੈ ਨਾ ਉਹ ਪੂਰਨ ਤੌਰ ਤੇ ਮੈਨੂੰ ਪ੍ਰਾਪਤ ਨਹੀਂ ਹੋ ਰਿਹਾ। ਤੇ ਉਹ ਬੱਚੇ ਨੇ ਆਪਣੇ ਗੀਜ਼ੇ ਦੇ ਵਿੱਚੋਂ ਕੋਲਾ ਕੱਢਿਆ ਤੇ ਕਹਿੰਦਾ ਫਿਰ ਇਸ ਤਰ੍ਹਾਂ ਕਰਕੇ ਤਾਂ ਮੈਂ ਤੈਨੂੰ ਦੇ ਸਕਦਾ।
ਪੂਰਨ ਰੂਪ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਗਿਆਨ ਹੈ ਨਾ, ਉਹ ਮੈਂ ਤੈਨੂੰ ਪ੍ਰਾਪਤ ਕਰਾ ਸਕਦਾ, ਤੂੰ ਇਹ ਮੇਰਾ ਇੱਕ ਕੰਮ ਕਰ ਦੇ। ਕਹਿੰਦਾ ਜੀ ਦੱਸ ਕਿਹੜਾ ਕੰਮ ਹੈ। ਖੁਸ਼ ਹੋ ਗਿਆ ਸਕਰਾਤ ਵੀ ਇੱਕ ਬੱਚਾ ਹੈ, ਇਹ ਮੈਨੂੰ ਪ੍ਰਭੂ ਪਰਮਾਤਮਾ ਦਾ ਸਾਰਾ ਗਿਆਨ ਦੇਵੇਗਾ ਤੇ ਮੈਂ ਤਾਂ ਇਹਦਾ ਨਿੱਕਾ ਜਿਹਾ ਕੰਮ ਕਰ ਦੇਣਾ। ਤੇ ਇਸ ਬੱਚੇ ਨੇ ਆਖਿਆ ਮੇਰਾ ਕੰਮ ਇਹ ਹੈ ਵੀ ਆ ਜਿਹੜਾ ਮੇਰੇ ਕੋਲ ਕੋਲਾ ਹੈ ਨਾ, ਇਸ ਕੋਲੇ ਦੇ ਵਿੱਚ ਸਾਰਾ ਸਮੁੰਦਰ ਦਾ ਪਾਣੀ ਇਕੱਠਾ ਕਰਕੇ ਪਾ ਦੇ। ਸਕਰਾਤ ਕਹਿੰਦਾ ਇਹ ਤਾਂ ਨਹੀਂ ਹੋ ਸਕਦਾ। ਕਹਿੰਦਾ ਫਿਰ ਤੂੰ ਕੋਲਾ ਹੈ ਤੇ ਉਹ ਪ੍ਰਭੂ ਪਰਮਾਤਮਾ ਸਮੁੰਦਰ ਹੈ, ਉਹ ਸਾਰਾ ਗਿਆਨ ਤੇਰੇ 'ਚ ਕਿਵੇਂ ਆ ਸਕਦਾ ਹੈ? ਤੂੰ ਉਹਦੇ ਵਿੱਚ ਆ ਸਕਦਾ, ਜੇ ਕੋਲਾ ਪਾਣੀ ਦਾ ਭਰਿਆ ਹੋਵੇ ਤੇ ਅਸੀਂ ਸਮੁੰਦਰ 'ਚ ਡੋਲ ਦਈਏ ਤੇ ਸਮਾ ਜਾਵੇਗਾ। ਤੂੰ ਸਕਰਾਤ ਉਹਦੇ ਵਿੱਚ ਸਮਾਨ ਦਾ ਯਤਨ ਕਰ, ਉਹਦੇ ਗਿਆਨ ਦੇ ਵਿੱਚ ਸਮਾਨ ਦਾ ਯਤਨ ਕਰ। ਜਨ ਨਾਨਕ ਗੁਰਮੁਖ ਉਭਰੇ, ਜਿਹੜੇ ਗੁਰਮੁਖ ਪਿਆਰੇ ਉਸ ਪ੍ਰਭੂ ਪਰਮਾਤਮਾ ਦੇ ਗਿਆਨ ਦੇ ਵਿੱਚ ਸਮਾਉਣ ਦਾ ਯਤਨ ਕਰਦੇ ਨੇ ਨਾ, ਉਹ ਉਹਦੇ ਵਿੱਚ ਸਮਾ ਜਾਂਦੇ ਨੇ ਤੇ ਉਹ ਬਚ ਰਹਿੰਦੇ ਨੇ, ਦੂਜੇ ਨਹੀਂ ਬਚਦੇ। ਜਿਹੜੇ ਕਹਿੰਦੇ ਨੇ ਨਾ ਉਹਦਾ ਗਿਆਨ ਸਾਡੇ ਵਿੱਚ ਆ ਜਾਵੇ, ਅਸੀਂ ਉਹਦੇ ਸਾਰੇ ਗਿਆਨ ਨੂੰ ਆਪਣੇ ਵਿੱਚ ਸਮਾ ਜਾਈਏ, ਉਹ ਕਦੀ ਵੀ ਸਮਾ ਨਹੀਂ ਸਕਣਗੇ, ਕਿਉਂਕਿ ਸਮੁੰਦਰ ਹੁਣ ਕਿੱਥੇ ਤੇ ਕੋਲਾ ਕਿੱਥੇ। ਕੋਲੇ ਦੇ ਵਿੱਚ ਸਾਰਾ ਸਮੁੰਦਰ ਕਿਵੇਂ ਪੈ ਸਕਦਾ? ਨਹੀਂ ਪੈ ਸਕਦਾ। ਉਵੇਂ ਉਸ ਪ੍ਰਭੂ ਪਰਮਾਤਮਾ ਦਾ ਗਿਆਨ ਵਿਸ਼ਾਲ ਹੈ, ਉਹ ਸਾਡੇ 'ਚ ਕਿਵੇਂ ਪੈ ਸਕਦਾ? ਨਹੀਂ ਪੈ ਸਕਦਾ। ਤਾਂ ਹੀ ਤੇ ਦਾਸ ਬੇਨਤੀਆਂ ਕਰਦਾ ਹੁੰਦਾ ਨਾ, ਅਸੀਂ ਗੁਰਬਾਣੀ ਦੇ ਅਰਥ ਕਰਕੇ ਇਹ ਨਹੀਂ ਕਹਿ ਸਕਦੇ ਵੀ ਇਹ ਆਖਰੀ ਅਰਥ ਹੈ, ਇਸ ਤੋਂ ਬਾਅਦ ਅਰਥ ਨਹੀਂ ਹੋਏਗਾ ਜਾਂ ਕੋਈ ਹੋਰ ਅਰਥ ਨਹੀਂ। ਉਸ ਪ੍ਰਭੂ ਪਰਮਾਤਮਾ ਨੇ ਸਾਨੂੰ ਕੋਲਿਆਂ ਦੀ ਤਰ੍ਹਾਂ ਸਾਜਿਆ ਤੇ ਹਰ ਇੱਕ ਕੋਲੇ ਦੇ ਵਿੱਚ ਵੱਖੋ ਵੱਖਰੀ ਚੀਜ਼ ਪੈਂਦੀ ਹੈ। ਕਿਸੇ 'ਚ ਲੱਸੀ ਪੈਂਦੀ ਹੈ, ਕਿਸੇ 'ਚ ਦੁੱਧ ਪੈਂਦਾ। ਹੁਣ ਜਿਹਦੇ 'ਚ ਲੱਸੀ ਉਹਨੂੰ ਲੱਸੀ ਦਾ ਗਿਆਨ ਹੈ, ਜਿਹਦੇ 'ਚ ਦੁੱਧ ਪਾਇਆ ਉਹਨੂੰ ਦੁੱਧ ਦਾ ਗਿਆਨ ਹੈ, ਜਿਹਦੇ 'ਚ ਸਬਜ਼ੀ ਪਾਈ ਹੈ ਉਹਨੂੰ ਸਬਜ਼ੀ ਦਾ ਗਿਆਨ ਹੈ। ਹਰ ਰੋਜ਼ ਆਪਾਂ ਆਸਾ ਜੀ ਦੀ ਵਾਰ ਦਾ ਪਾਠ ਸੁਣਦੇ ਹਾਂ ਨਾ, ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ, ਇਕਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜੇ। ਹੁਣ ਇੱਕ ਦੇ ਨਸੀਬ ਦੇ ਵਿੱਚ ਹੀ ਇਹ ਲਿਖਿਆ ਵੀ ਤੂੰ ਚੁੱਲ੍ਹੇ ਤੇ ਚੜੇ ਰਹਿਣਾ, ਭਾਵ ਤੂੰ ਆਪਣੀ ਸਾਰੀ ਜ਼ਿੰਦਗੀ ਤਪਦੀ ਰਹਿਣਾ, ਤੈਨੂੰ ਸੁੱਖ ਨਹੀਂ ਹੈਗਾ। ਇਕਨੀ ਦੁੱਧ ਸਮਾਈਏ ਤੇ ਇੱਕ ਇਸ ਤਰ੍ਹਾਂ ਦੇ ਨੇ, ਉਹਨਾਂ ਦੇ ਵਿੱਚ ਦੁੱਧ ਹੀ ਰਹਿੰਦਾ ਹੈ, ਉਹ ਦੁੱਧ ਦੇ ਨਾਲ ਹੀ ਭਰੇ ਰਹਿੰਦੇ ਨੇ। ਵੇਖੋ ਕਿਤਨਾ ਆਨੰਦ ਹੈ। ਇਕਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸੌਣ। ਇੱਕ ਸਰਾਣੇ ਜਿਹੜੇ ਨੇ ਨਾ, ਸਰਾਣੇ ਰੱਖ ਕੇ ਸੌਂਦਾ ਹੈ। ਜਿਨ੍ਹਾਂ ਦੇ ਵਿੱਚ ਪੁਰਾਣਾ ਸਮਾਂ ਸੀ, ਜਦੋਂ ਮਾਈਆਂ ਦੁੱਧ ਜਮਾਂਦੀਆਂ ਸੀ ਨਾ, ਉਹਨਾਂ ਨੂੰ ਸਰਾਣੇ ਰੱਖਦੀਆਂ ਸੀ ਵੀ ਕੁੱਤੇ ਬਿੱਲੀ ਤੋਂ ਇਹਨਾਂ ਦਾ ਧਿਆਨ ਰਵੇ। ਗਰਮੀਆਂ ਦੇ ਦਿਨ ਹੋਇਆ ਕਰਦੇ ਸਾਨੂੰ ਤੇ ਸਰਾਣੇ ਉਹਨਾਂ ਨੂੰ ਦੁੱਧ ਜਮਾ ਕੇ ਰੱਖਣਾ ਪੈਂਦਾ ਸੀ ਕੁੱਤੇ ਬਿੱਲੀਆਂ ਤੋਂ, ਵੀ ਗੌਰ ਰਵੇ, ਧਿਆਨ ਰੱਖੀਏ। ਇੱਕ ਨਿਹਾਲੀ ਪੈ ਸੌਣ, ਇੱਕ ਇਸ ਤਰ੍ਹਾਂ ਦੇ ਵੀ ਨੇ। ਉਹਨਾਂ ਦੀ ਰਾਖੀ ਕਰਨ ਵਾਲੇ ਵੇਖੋ ਕਿੰਨੇ ਕਿੰਨੇ ਉਹਨਾਂ ਦੇ ਨਾਲ ਤੁਰੇ ਫਿਰਦੇ ਨੇ। ਹੈ ਮਨੁੱਖੀ 5 ਤੱਤਾਂ ਦਾ ਸਰੀਰ ਹੈ ਤੇ ਗੁਰੂ ਮਹਾਰਾਜ ਜੀ ਨੇ ਭਾਂਡੇ ਦਾ ਦ੍ਰਿਸ਼ਟਾਂਤ ਦੇ ਕੇ, ਨੁਕਤਾ ਦੇ ਕੇ ਸਾਨੂੰ ਸਮਝਾਇਆ ਵੀ ਇਹ ਬਰਤਨ ਵੇਖ ਲਓ ਆਪਣੇ ਘਰਾਂ ਦੇ ਵਿੱਚ ਨੇ। ਇੱਕ ਵਿਚਾਰਾ ਸਵੇਰ ਤੋਂ ਲੱਗਦਾ ਚਾਹ ਬਣਦੀ ਹੈ ਤੇ ਸ਼ਾਮ ਨੂੰ ਫਿਰ ਕਿਤੇ ਜਾ ਕੇ ਉਹਨੂੰ ਸੁੱਖ ਹੁੰਦਾ, ਰਾਤ ਨੂੰ ਸਾਰਾ ਦਿਨ ਇੱਕ ਆ ਗਿਆ ਤਾਂ ਵੀ ਚਾੜਦੇ ਉਹਨੂੰ, ਸਿਲੰਡਰ ਤੇ ਚੁੱਲ੍ਹੇ ਤੇ ਚਾੜਦੇ ਉਹਨੂੰ, 2 ਆ ਗਏ ਨੇ ਤਾਂ ਵੀ ਚਾੜ ਦੋ, ਸਾਰਾ ਦਿਨ ਹੀ ਤਪੀ ਜਾਂਦਾ ਰਹਿੰਦਾ ਹੈ। ਉਸੇ ਤਰ੍ਹਾਂ ਨਹੀਂ ਇਸ ਤਰ੍ਹਾਂ ਦੇ ਨਹੀਂ, ਜਦੋਂ ਦਿਨ ਚੜ੍ਹਦਾ ਉਦੋਂ ਤੋਂ ਸ਼ਾਮ ਤੱਕ ਉਹ ਤਪਦੇ ਹੀ ਰਹਿੰਦੇ ਨੇ, ਉਹਨਾਂ ਦੇ ਕਰਮਾਂ 'ਚ ਸੁੱਖ ਨਹੀਂ ਹੈਗਾ। ਸੋ ਇਸੇ ਤਰ੍ਹਾਂ ਇਹ ਸਰੀਰ ਹੈ ਜਿਹੜਾ, ਇੱਕ ਕੋਲੇ ਦੀ ਤਰ੍ਹਾਂ, ਇੱਕ ਬਰਤਨ ਦੀ ਤਰ੍ਹਾਂ ਹੈ ਤੇ ਗੁਰੂ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਗਿਆਨ ਹੈ। ਤੇ ਜੇ ਉਹ ਥੋੜਾ ਜਿਹਾ ਗਿਆਨ ਲੈ ਕੇ ਇਹ ਆਕੇ ਵੀ ਮੈਂ ਸ਼ਬਦੀ ਹਉਮੈ ਛੁੱਟੀਆ, ਤੇ ਇਹ ਹਉਮੈ ਛੁੱਟੇਗੀ ਕਿਵੇਂ? ਗੁਰੂ ਦੇ ਸ਼ਬਦ ਦੇ ਨਾਲ। ਭਾਈ ਗੁਰਦਾਸ ਜੀ ਨੇ ਜੋ ਵਾਰਾਂ ਲਿਖੀਆਂ ਨੇ, ਧੰਨ ਗੁਰੂ ਅਰਜਨ ਦੇਵ ਜੀ ਸੱਚੇ ਸਤਿਗੁਰ ਨੇ ਇਹਨਾਂ ਨੂੰ ਜੋ ਵਰ ਦਿੱਤਾ ਸੀ ਨਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਜਿਹੜੀਆਂ ਨੇ, ਇਹ ਗੁਰੂ ਮਹਾਰਾਜ ਜੀ ਦੀ ਬਾਣੀ ਦੀ ਕੁੰਜੀ ਹੈ। ਉਹ ਇਸ ਕਰਕੇ ਕਿ ਸ਼ਬਦਾਂ ਦਾ ਭੇਦ ਤਾਂ ਖੁੱਲੇ। ਹੁਣ ਇੱਥੇ ਸ਼ਬਦ ਕਿਹੜੇ ਦਾ ਭੇਦ ਖੁੱਲ ਰਿਹਾ ਹੈ? ਗੁਰੂ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰ ਭਾਈ ਇਹ ਜਿਹੜੀ ਹਉਮੈ ਹੈ ਇਹ ਤਾਂ ਛੁੱਟੇਗੀ। ਤੇ ਭਾਈ ਗੁਰਦਾਸ ਜੀ ਕਿਵੇਂ ਕਹਿੰਦੇ ਨੇ?
ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ। ਭਾਈ ਗੁਰਦਾਸ ਜੀ ਦੱਸਦੇ ਨੇ ਕਿਹੜੇ ਸ਼ਬਦ ਦੇ ਨਾਲ ਛੁੱਟੇਗੀ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ। ਇਸ ਕਰਕੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰੂ ਦੀ ਕੁੰਜੀ ਆਖਿਆ ਹੈ ਵੀ ਗੁਰੂ ਮਹਾਰਾਜ ਜੀ ਦੀ ਬਾਣੀ ਜਿੰਦਾ ਹੈ, ਤੇ ਜੇ ਇਹਨੂੰ ਖੋਲ੍ਹਣਾ ਤੇ ਭਾਈ ਸਮਝਣੀਆਂ ਅਤ ਦੀਆਂ ਜ਼ਰੂਰੀ ਨੇ। ਗੁਰ ਸ਼ਬਦ ਹੀ ਹਉਮੈ ਛੁੱਟੀ ਹੈ। ਹੁਣ ਇੱਥੇ ਕਿਸੇ ਦੇ ਅੰਦਰ ਭੁਲੇਖਾ ਰਹਿ ਜਾਵੇ, ਜਿੰਦਾ ਲੱਗ ਜਾਵੇ ਕਿਸੇ ਦੇ ਮਨ ਨੂੰ ਵੀ ਗੁਰੂ ਦਾ ਸ਼ਬਦ ਕਿਹੜਾ ਪੜ੍ਹਾਂ ਮੈਂ, ਹਰ ਪੜ੍ਹਾਂ ਰਾਮ ਪੜ੍ਹਾਂ, ਕਿਉਂਕਿ ਗੁਰੂ ਦੇ ਸ਼ਬਦ ਅਨੇਕਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬੇ ਜਨ ਇਸ ਮਨ ਕੋ ਮਨ ਵਾਸੇ ਜਿਉ ਨਿਤ ਭਾਉਂਦੇ ਆ। ਅੱਗੇ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਗੁਰਮੁਖ ਪਿਆਰੇ ਆ, ਇਸ ਮਨ ਨੂੰ ਨਾ ਵੱਸ ਦੇ ਵਿੱਚ ਲੈ ਕੇ ਆ। ਇਹ ਮਨ ਤੇਰੇ ਜਿਹੜਾ ਇਹ ਸਾਡੇ ਵੱਸ ਦੇ ਵਿੱਚ ਨਹੀਂ ਹੈਗਾ, ਇਹ ਸਾਡੇ ਵੱਸ ਦੇ ਵਿੱਚ ਹੋਣਾ ਚਾਹੀਦਾ ਸੀ। ਮਨ ਜਿਵੇਂ ਕਰਦਾ ਨਾ ਉਵੇਂ ਫਿਰ ਨਾਲ ਉਵੇਂ ਕਰਦੇ ਆ। ਮਨ ਜਿਹੜਾ ਜੋ ਸੋਚਦਾ ਹੈ, ਜੋ ਵਿਚਾਰਦਾ ਹੈ, ਜਿਸ ਤਰ੍ਹਾਂ ਦੇ ਇਹਦੇ ਖਿਆਲਾਤ ਹੁੰਦੇ ਨੇ, ਉਸ ਤਰ੍ਹਾਂ ਦੀ ਕਿਰਿਆ ਜਿਹੜੀ ਉਹ ਸਰੀਰ ਦੇ ਨਾਲ ਹੁੰਦੀ ਹੈ। ਤਾਂ ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਵਸ ਆਣ, ਇਹਨੂੰ ਵਸ ਦੇ ਵਿੱਚ ਲੈ ਕੇ ਆਓ। ਜਾਂ ਮਨ ਦੇ ਵਸ ਦੇ ਵਿੱਚ ਨੇ, ਫਿਰ ਉਹ ਨਿਤਾ ਪ੍ਰਤੀ ਪਾਉਂਦੇ ਫਿਰਦੇ ਨੇ। ਕਿੱਧਰ ਪਾਉਂਦੇ ਨੇ? ਕਿਤੇ ਕਾਮ ਦੇ ਪਿੱਛੇ ਪਾਉਂਦੇ ਨੇ, ਕਿਤੇ ਹੋਰ ਕਿਸੇ ਵਿਕਾਰ ਦੇ ਅਧੀਨ ਹੋ ਕੇ ਪਾਉਂਦੇ ਨੇ। ਕਿਉਂਕਿ ਮਨ ਜਿਹੜਾ ਉਸਨੇ ਸਰੀਰ ਨੂੰ ਪ੍ਰੇਰ ਕੇ ਉਸ ਪਾਸੇ ਲਾ ਦੇਣਾ ਹੈ। ਤਾਂ ਤੇ ਗੁਰੂ ਜੀ ਰਹਿਮਤ ਕਰਦੇ ਨੇ, ਇਸ ਮਨ ਨੂੰ ਵਸ ਦੇ ਵਿੱਚ ਲੈ ਕੇ ਆਉਣਾ ਕਰੀਏ। ਮਨ ਵਸ ਆ ਜਾਵੇਗਾ ਜਿਹੜਾ, ਇਹ ਟਿਕਾਉ ਦੇ ਵਿੱਚ ਰਹੇਗਾ ਜੀ। ਦੁਖ ਰਹਿਣ ਬੇਬਿਹਾਨੀਆਂ ਨਿਤ ਆਸਾ ਆਸ ਕਰਿੰਦੇ ਆ। ਹੁਣ ਮਨ ਦਾ ਸੁਭਾਅ ਕੀ, ਬੜੀਆਂ ਆਸਾਂ ਮਨ ਦੇ ਵਿੱਚ ਰੱਖਦਾ ਹੈ। ਕਿਤੇ ਪੁੱਤਰ ਦੀ ਆਸ, ਕਿਤੇ ਪੋਤਰੇ ਦੀ ਆਸ, ਕਿਤੇ ਹੋਰ ਧਨ ਦੌਲਤ ਦੀ ਆਸ, ਕਿਤੇ ਹੋਰ ਸਾਖ ਸੰਬੰਧੀ ਦੀ ਆਸ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਇਸ ਆਸ ਦੇ ਨਾਲ ਹੁੰਦਾ ਕੀ ਹੈ? ਦੁੱਖ ਰਹਿਣ ਵੇ ਵਿਹਾਣੀਆਂ। ਇੱਥੇ ਰਹਿਣ ਦਾ ਰਹਿਣ ਵੇ ਵਿਹਾਣੀਆਂ, ਇਹ ਸਰੀਰ ਜਿਹੜਾ ਇਹ ਸਾਰੀ ਉਮਰ ਹੈ ਜਿਹੜੀ ਫਿਰ ਦੁੱਖ ਦੇ ਵਿੱਚ ਹੀ ਗੁਜ਼ਾਰਦਾ। ਕਿਉਂ ਗੁਜ਼ਾਰਦਾ? ਨਿਤ ਆਸਾ ਆਸ ਕਰਿੰਦੇ ਆ। ਆਸ ਦੇ ਵਿੱਚ ਆਸ ਜਿਹੜੀ ਉਹ ਰੱਖ ਲੈਣੀ। ਇਹ ਅਸੀਂ ਆਸਾ ਆਸ, ਆਸ ਦੇ ਵਿੱਚ ਆਸ ਕਿਵੇਂ ਰੱਖਦੇ ਆ? ਇਹ ਇਸ ਤਰ੍ਹਾਂ ਰੱਖਦੇ ਆ ਜਿਵੇਂ ਕਿਸੇ ਤੋਂ ਮੈਨੂੰ ਆਸ ਹੋ ਗਈ ਵੀ ਮੈਂ ਗਰੀਬ ਹਾਂ ਤੇ ਇਸ ਤੋਂ 4 ਪੈਸੇ ਲੈ ਲਵਾਂ, ਤੇ ਉਹਨੂੰ ਵੀ ਫਿਰ ਮੇਰੇ ਤੋਂ ਆਸ ਹੈ, ਉਹ ਮੈਨੂੰ ਐਵੇਂ ਨਹੀਂ ਦੇਵੇਗਾ, ਉਹਨੂੰ ਵੀ ਆਸ ਹੈ। ਕਾਹਦੀ ਆਸ ਹੈ? ਵੀ ਕਣਕ ਆਉਣ ਵਾਲੀ ਹੈ, ਚੱਲ ਉਦੋਂ ਬੰਦਿਆਂ ਦੀ ਲੋੜ ਪੈਣੀ ਹੈ ਤੇ ਆਪਾਂ ਇਹਨੂੰ ਕੰਮ ਤੇ ਲਾ ਲਵਾਂਗੇ। ਆਸ ਹੈ ਨਾ, ਉਹਨੂੰ ਸਾਡੇ ਨਾਲ ਆਸ ਹੈ, ਸਾਨੂੰ ਉਹਦੇ ਨਾਲ ਆਸ ਹੈ। ਅਸੀਂ ਇੱਕ ਦੂਜੇ ਦੀ ਆਸ ਦੇ ਨਾਲ ਬਚ ਗਏ ਹਾਂ। ਇੱਥੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਆਸਾ ਆਸ, ਆਸ ਦੇ ਨਾਲ ਕੇ ਤੇ ਅਸੀਂ ਇੱਕ ਦੂਜੇ ਦੇ ਨਾਲ ਜੁੜ ਗਏ ਹਾਂ। ਤੇ ਹੈ ਇਹ ਨਿਤਾ ਪ੍ਰਤੀ ਦੀ। ਦੁੱਖ ਰਹਿਣ ਵੇ ਵਿਹਾਣੀਆਂ, ਤੇ ਫਿਰ ਦੁੱਖ ਦੇ ਵਿੱਚ ਉਮਰ ਕਿਵੇਂ ਗੁਜ਼ਾਰਦੇ ਆ? ਅਸੀਂ ਉਹਦੇ ਤੇ ਆਸ ਰੱਖੀ ਸੀ ਵੀ ਸਾਨੂੰ 4 ਬੰਦਿਆਂ ਦੀ ਕਣਕ ਵੱਢਣੀ, ਉਦੋਂ ਲੋੜ ਪੈਣੀ ਹੈ, ਤੇ ਉਹਨੇ ਸਾਡੀ ਆਸ ਤੇ ਪਾਣੀ ਫੇਰ ਦੇ ਨਹੀਂ ਕੀਤਾ। ਤੇ ਜੇ ਅਸੀਂ ਨਹੀਂ ਦਿੰਦੇ ਤੇ ਉਹ ਆਸ ਕਰਕੇ ਆਏ ਸੀ ਤੇ ਉਹਦੀ ਆਸ ਤੇ ਪਾਣੀ ਫਿਰ ਗਿਆ। ਅਸੀਂ ਇੱਕ ਦੂਜੇ ਦੇ ਨਾਲ ਆਸ ਕਰਕੇ ਨਾ ਜਿਹੜੀ ਉਹ ਜੁੜੇ ਹੋਏ ਆ। ਦੁੱਖ ਰਹਿਣ ਵੇ ਵਿਹਾਣੀ, ਇਸ ਤਰ੍ਹਾਂ ਦੁੱਖ ਦੇ ਵਿੱਚ ਅਸੀਂ ਉਮਰ ਜਿਹੜੀ ਹੈ ਉਹ ਗੁਜ਼ਾਰ ਰਹੇ ਆ। ਤੇ ਦੁੱਖ ਕਾਹਦਾ ਹੈ? ਅਸੀਂ ਇੱਕ ਦੂਜੇ ਦੇ ਨਾਲ ਜੁੜਦੇ ਆ ਨਾ, ਜਦੋਂ ਉਹ ਆਸ ਦੇ ਨਾਲ ਜੁੜਦੇ ਆ। ਜੇ ਗੁਰੂ ਤੇ ਆਸ ਹੋਵੇ ਨਾ, ਫਿਰ ਗੁਰੂ ਬੜੀ ਕਿਰਪਾ ਕਰਦਾ। ਹੁਣ ਥੋੜਾ ਜਿਹਾ ਮੇਰਾ ਹੱਡ ਬੀਤੀ ਹੈ ਤੇ ਮੈਂ ਆਪ ਜੀ ਨੂੰ ਉਹ ਵੀ ਦੱਸ ਦਿਆਂ। ਸੱਚੇ ਸਤਿਗੁਰ ਦੇ ਉੱਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਭਰੋਸਾ ਸੀ, ਤੇ ਥੋੜਾ ਜਿਹਾ ਹੁਣ ਕੰਮ ਜਿਹਾ ਪੈ ਗਿਆ ਸੀ, ਖਰਚਾ ਜਿਹਾ ਆ ਗਿਆ ਸੀ, ਤੇ ਬੜੀ ਚਿੰਤਾ ਤੇ ਫਿਕਰ ਹੋ ਗਿਆ ਸੀ। ਮਨ ਦੇ ਵਿੱਚ ਬੜਾ ਦ੍ਰਿੜ ਕੀਤਾ ਵੀ ਗੁਰੂ ਤੇ ਭਰੋਸਾ ਰੱਖ, ਗੁਰੂ ਮਹਾਰਾਜ ਜੀ ਆਪ ਕਿਰਪਾ ਕਰਨਗੇ। ਤੇ ਬੜਾ ਖਿਆਲ ਆਇਆ ਵੀ ਉਹਨੇ ਕਿਵੇਂ ਹੋਏਗਾ। ਸਿਰ ਐਸੇ ਸੰਤੇ ਉਹਨੇ ਮੈਨੂੰ ਹੌਸਲਾ ਦਿੱਤਾ। ਮੈਨੂੰ ਕਹਿੰਦੀ, ਡੈਡੀ ਜੀ ਐਵੇਂ ਘਬਰਾਈ ਜਾਂਦੇ ਹੋ, ਕੋਈ ਗੱਲ ਹੀ ਨਹੀਂ। ਕਹਿੰਦੀ ਮੇਰੇ ਉਹ ਪੈਸੇ ਆ ਗਏ ਨੇ ਤੇ ਉਹ ਮਿਲ ਜਾਣੇ ਨੇ, ਆਪਾਂ ਨੂੰ ਲਓ, ਤੁਸੀਂ ਖਰਚੋ ਤੇ ਵਰਤੋ। ਤੇ ਦਾਸ ਨੂੰ ਕਿਸੇ ਦੇ ਮੂੰਹ ਵੱਲ ਵੇਖਣਾ ਹੀ ਨਹੀਂ ਪਿਆ। ਸੱਚੇ ਸਤਿਗੁਰ ਨੇ ਬੜੀ ਬਾਂਹ ਫੜੀ। ਇਸ ਤਰ੍ਹਾਂ ਜਦੋਂ ਅਸੀਂ ਗੁਰੂ ਤੇ ਭਰੋਸਾ ਰੱਖਦੇ ਤੇ ਗੁਰੂ ਫਿਰ ਸਾਡੀ ਆਸ ਨਹੀਂ ਟੁੱਟਣ ਦਿੰਦਾ। ਤੇ ਜਦੋਂ ਅਸੀਂ ਇੱਕ ਦੂਜੇ ਦੇ ਉੱਤੇ ਆਸ ਰੱਖਦੇ ਆ
ਤੇ ਆਸ ਕਰਕੇ ਕਿਸੇ ਦੇ ਨਾਲ ਵਰਤਦੇ ਆ ਤੇ ਫਿਰ ਭਈ ਅਗਲੇ ਦੀ ਆਸ ਵੀ ਝੂਠੀ ਹੈ ਤੇ ਸਾਡੀ ਆਸ ਵੀ ਝੂਠੀ। ਇਹ ਅਸਲ ਦੇ ਵਿੱਚ ਗੁਰੂ ਜੀ ਗੱਲ ਆਖਦੇ ਨੇ, ਇਹ ਦੁੱਖ ਦਿੰਦੀ ਹੈ। ਦੁੱਖ ਰਹਿਣ ਵੇ ਰੱਖਣਾ, ਗੁਰ ਪਾਇਆ ਵੇ ਸੰਤ ਜਨੋਂ। ਜਿਹੜੇ ਸੰਤ ਜਨ ਨੇ, ਗੁਰਮੁਖ ਪਿਆਰੇ ਨੇ, ਉਹਨਾਂ ਨੇ ਗੁਰੂ ਦੀ ਪ੍ਰਾਪਤੀ ਕੀਤੀ ਹੈ। ਮਨ ਆਸ ਪੂਰੀ ਹਰ ਚਾਹੁੰਦੇ ਆ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਫਿਰ ਉਹਨਾਂ ਦੀ ਆਸ ਪੂਰੀ ਕਰਦੇ ਨੇ। ਹਰ ਚੌਦਿਆ, ਚੌਦਿਆ ਦਾ ਅਰਥ ਹੈ ਉਚਾਰਨਾ, ਚੌਦਿਆ ਦਾ ਅਰਥ ਹੈ ਨਾਮ ਜਪਣਾ, ਸਿਮਰਨ ਕਰਨਾ, ਬਾਣੀ ਪੜ੍ਹਨਾ। ਇਹ ਸਾਡੀ ਬੋਲੀ ਨਹੀਂ ਹੈਗੀ, ਇਹ ਲਹਿੰਦੇ ਪੰਜਾਬ ਦੀ ਬੋਲੀ ਹੈ। ਲਹਿੰਦੇ ਅਸੀਂ ਚੜ੍ਹਦੇ ਪੰਜਾਬ ਦੇ ਵਿੱਚ ਹਾਂ, ਇਧਰੋਂ ਸੂਰਜ ਚੜ੍ਹਦਾ ਹੈ, ਉਧਰ ਛਿਪਦਾ ਹੈ। ਇਹ ਜਿਹੜਾ ਲਾਹੌਰ ਹੈ, ਲਾਹੌਰ ਦਾ ਪਰਲਾ ਪਾਸਾ ਜਿਹੜਾ, ਇਹਨੂੰ ਲਹਿੰਦਾ ਪੰਜਾਬ ਆਖਿਆ ਕਰਦੇ ਸਨ। ਇਹ ਲਹਿੰਦੇ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਨੇ ਬਾਣੀ ਪੜ੍ਹ ਲਾ, ਉਹ ਕਹਿੰਦੇ ਨੇ ਬਾਣੀ ਚੌਦੇ ਆ। ਆਪਾਂ ਕਹਿੰਦੇ ਬੋਲੀ ਜਾਂਦਾ, ਉਹੀ ਚੌਦੀ ਜਾਂਦਾ ਹੈ, ਭਾਵ ਉਹੀ ਮੂੰਹ ਜਿਹੜੀ ਪਕਾਈ ਇਹਨਾਂ ਇਹ ਮਰਦੇ ਨੇ। ਇਹ ਮੇਰੇ ਪ੍ਰਭੂ ਪਰਮਾਤਮਾ ਮੈਨੂੰ ਮੱਤ ਦੇ, ਦੇਹੋ ਮਤੀ ਮੈਨੂੰ ਮੱਤ ਦੇ, ਛੱਡ ਆਸਾ, ਮੈਂ ਲੋਕਾਂ ਦੀਆਂ ਆਸਾਂ ਛੱਡ ਦੇਵਾਂ। ਜਨ ਨਾਨਕ ਗੁਰੂ ਜੀ ਰਹਿਮਤ ਕਰਦੇ ਨੇ, ਪ੍ਰਭ ਦੇਹੋ ਮਤੀ ਮੈਨੂੰ ਇਹ ਮੱਤ ਦੇ। ਕਿਹੜੀ ਮੱਤ? ਛੱਡ ਆਸਾ, ਮੈਂ ਲੋਕਾਂ ਦੀਆਂ ਆਸਾਂ ਨੇ ਨਾ ਜਿਹੜੀਆਂ ਉਹ ਛੱਡ ਦੇਵਾਂ। ਤੇ ਫਿਰ ਇਹਦੇ ਨਾਲ ਹੋਏਗਾ ਕਿ ਸੁੱਖ ਸੌਂਦਿਆਂ ਫਿਰ ਮੈਂ ਸੁੱਖ ਦੇ ਨਾਲ ਸੌਵਾਂਗਾ। ਨਹੀਂ ਤਾਂ ਜਿੰਦੇ ਤੋਂ ਲੈ ਨੇ ਭਾਈ ਉਹ ਫਿਰ ਸਰਾਣੇ ਆ ਕੇ ਖੜ ਦਿੰਦਾ ਤੇ ਅਗਲਾ ਸੌਣ ਵੀ ਨਹੀਂ ਦਿੰਦਾ। ਆਮੀ ਕੁਝ ਆਖੇ ਤੇ ਫਿਰ ਵੀ ਉਹਨੂੰ ਵੇਖ ਕੇ ਸ਼ਰਮ ਆਉਂਦੀ ਹੈ ਵੀ ਆਪਾਂ ਇਹਦੇ ਦੇਣੇ ਆ। ਸ਼ਰਮ ਆਉਂਦੀ ਹੈ ਨਾ, ਮਨ ਦੇ ਵਿੱਚ ਚਿੰਤਾ ਬਣ ਜਾਂਦੀ, ਫਿਕਰ ਬਣ ਜਾਂਦਾ ਹੈ। ਜਨ ਨਾਨਕ ਪ੍ਰਭ ਦੇਹੋ ਮਤੀ, ਇਹ ਮੇਰੇ ਪ੍ਰਭੂ ਪਰਮਾਤਮਾ ਮੈਨੂੰ ਇਹੀ ਮਤ ਦੇ, ਛੱਡ ਨਿਤ ਸੁਖ ਸੌਂਦੇ। ਸਾਤਨ ਆਸਾ ਚਿੱਤ ਕਰੇ, ਮੇਰੇ ਚਿੱਤ ਦੇ ਵਿੱਚ ਆਸ ਤਾਂ ਹੋਵੇ, ਮੈਂ ਜਿਗਿਆਸੂ ਬਣ ਕੇ ਤੇਰੀ ਆਸ ਕਰਾਂ। ਰਾਮ ਰਾਜਿਆ ਹੈ ਮੇਰੇ ਵਾਹਿਗੁਰੂ ਜੀ, ਹਰ ਪ੍ਰਭ ਸੇਜੜੀਏ ਆਈ, ਤੂੰ ਮੇਰੇ ਹਿਰਦੇ ਦੇ ਵਿੱਚ ਵਸਣਾ। ਰਾਜਿਆ ਕਰ ਕਿਰਪਾ ਲਿਹੋ ਮਿਲਾਈ। ਇਹ ਮੇਰੇ ਸੱਚੇ ਸਤਿਗੁਰ ਜੀ, ਤੂੰ ਅਗਮਤਾ ਦਾ ਮਾਲਕ ਹੈ, ਦਿਆਲੂ ਹੈ, ਕਿਰਪਾਲੂ ਹੈ, ਤੇ ਕਿਰਪਾ ਕਰਕੇ ਮੈਨੂੰ ਆਪਣੇ ਵਿੱਚ ਅਭੇਦ ਕਰ ਲਾ। ਇਹ ਮੇਰੇ ਅੰਦਰ ਦੀ ਆਸ ਬਣ ਜਾਵੇ ਜੀ। ਮੇਰਾ ਮਨ ਤਨ ਲੋਚਾ ਗੁਰਮੁਖੇ RAM ਰਾਜਿਆ, ਹਰ ਸ਼ਰਧਾ ਸੇਜ ਵਿਛਾਈ। ਇਹ ਮੇਰੇ ਪ੍ਰਭੂ ਪਰਮਾਤਮਾ, ਮੇਰੇ ਮਨ ਤੇ ਤਨ ਦੇ ਵਿੱਚ ਇਹ ਆਸ ਹੋਵੇ, ਇਹ ਲੋਚਾ ਬਣ ਜਾਵੇ, ਇਹ ਮੰਗ ਹੋ ਜਾਵੇ ਗੁਰਮੁਖੀ, ਮੈਂ ਗੁਰਮੁਖ ਬਣਾ। हे ਮੇਰੇ ਸੱਚੇ ਸਤਿਗੁਰ ਜੀ, हे ਮੁਖੀ ਗੁਰੂ ਧੰਨ ਗੁਰੂ ਨਾਨਕ ਦੇਵ ਜੀ, ਕਿਰਪਾ ਕਰੋ। ਤਨ ਲੋਚਾ, ਮਨ ਲੋਚਾ, ਮੇਰੇ ਮਨ ਤੇ ਤਨ ਦੇ ਵਿੱਚ ਇਹ ਲੋਚਾ ਬਣ ਜਾਵੇ, ਇਹ ਖਿਆਲ ਬਣ ਜਾਵੇ, ਇਹ ਮੰਗ ਬਣ ਜਾਵੇ। ਹਰ ਸਰਦਾ ਸੇਜ ਵਿਛਾਈ, ਤੇ ਮੈਂ ਆਪ ਜੀ ਦੀ ਸ਼ਰਧਾ ਵਾਲੀ ਜਿਹੜੀ ਹੈ ਨਾ ਉਹ ਸੇਜਾ ਵਿਛਾਉਣੀ ਕਰਾਂ ਜੀ। ਆ ਕੇ ਰੱਖਦੇ ਨੇ ਉਹ ਉਸ ਵੈਗੁਰੂ ਨੂੰ ਭਾ ਜਾਂਦੇ ਨੇ। ਹਰ ਪ੍ਰਭ ਭਾਣੀਆਂ ਉਹ ਭਾ ਜਾਂਦੇ ਨੇ, ਉਹ ਚੰਗੇ ਲੱਗਦੇ ਨੇ। ਮੇਰੇ ਰਮੇ ਹੋਏ ਪ੍ਰਭੂ ਪਰਮਾਤਮਾ ਨੂੰ ਮਿਲਿਆ ਸਹਿਜ ਸੁਭਾਈ, ਫਿਰ ਉਹਨਾਂ ਨੂੰ ਆਣ ਕੇ ਸੁਤੇ ਸਿੱਧ ਮਿਲ ਪੈਂਦਾ ਹੈ ਜੀ। ਇਕਤ ਸੇਜੈ ਹਰ ਤੇ ਕਮੀ ਫੜ ਕੇ ਨਾ ਫਿਰ ਇਹਨੂੰ ਬੇਇੱਜ਼ਤ ਕਰਾਂ। ਇਸ ਤਰ੍ਹਾਂ ਦੇ ਪ੍ਰਾਣੀ ਹੁੰਦੇ ਨੇ। ਇਸ ਤਰ੍ਹਾਂ ਦਾ ਭਾਈ ਸਾਡੇ ਇੱਕ ਬਠਿੰਡੇ ਵੀ ਸੀ, ਤੇ ਜਦੋਂ ਦਾਸ ਕਥਾ ਕਰਕੇ ਬਾਹਰ ਆਇਆ ਨਾ, ਤੇ ਉਹਨੇ ਮੈਨੂੰ ਸਵਾਲ ਕੀਤਾ। ਮੈਨੂੰ ਕਹਿੰਦੇ ਗਿਆਨੀ ਜੀ, ਇੱਕ ਤੇ ਇੱਕ ਕਿੰਨੇ ਹੁੰਦੇ ਨੇ? ਹੁਣ ਮੈਨੂੰ ਪਹਿਲੋਂ ਦੱਸ ਦਿੱਤਾ ਸੀ ਵੀ ਬੰਦਾ ਠੀਕ ਨਹੀਂ। ਜੇ ਮੈਂ ਕਹਿੰਦਾ ਇੱਕ ਤੇ ਇੱਕ 11 ਹੁੰਦੇ ਨੇ, ਤੇ ਉਹਨੇ ਕਹਿ ਦੇਣਾ ਸੀ 2 ਹੁੰਦੇ ਨੇ, ਤੁਹਾਨੂੰ ਹੁੰਦਾ ਹੀ ਕੁਝ ਨਹੀਂ। ਤੇ ਜੇ ਮੈਂ ਕਹਿ ਦਿੰਦਾ 2 ਹੁੰਦੇ ਨੇ, ਤੇ ਉਹਨੇ ਕਹਿ ਦੇਣਾ ਸੀ 11 ਹੁੰਦੇ ਨੇ, ਫਿਰ ਵੀ ਮੈਨੂੰ ਕਹਿ ਦੇਣਾ ਸੀ ਤੁਹਾਨੂੰ ਹੁੰਦਾ ਹੀ ਕੁਝ ਨਹੀਂ। ਬੇਇੱਜ਼ਤ ਕਰਨਾ ਸੀ ਨਾ। ਮੈਨੂੰ ਕਿਹਾ ਵੀ ਮੈਂ ਤੈਨੂੰ ਦੱਸਾਂਗਾ ਜ਼ਰੂਰ, ਪਰ ਇਸ ਤਰ੍ਹਾਂ ਇਕੱਲੇ ਨੂੰ ਨਹੀਂ ਦੱਸਦਾ। ਕਹਿੰਦਾ ਜੀ ਫਿਰ ਮੈਂ ਕੱਲ ਨੂੰ ਆਪਾਂ ਕਥਾ ਦੇ ਵਿੱਚ ਹੀ ਤੈਨੂੰ ਦੱਸ ਦਿਆਂਗੇ, ਸਾਰੇ ਜਾਣੇ ਇਕੱਠੇ ਹੋ ਜਾਵਾਂਗੇ, ਸੰਗਤ ਸਾਰੀ ਹੋਏਗੀ ਤੇ ਉਦੋਂ ਦੱਸ ਦਿਆਂਗੇ। ਸਮਾਂ ਆ ਗਿਆ ਵੀ ਅਗਲਾ ਦਿਨ ਮੈਂ ਕਿਹਾ ਜੀ ਇੱਕ ਤੇ ਇੱਕ ਹੁੰਦਾ ਹੈ, 2 ਵੀ ਨਹੀਂ ਹੁੰਦੇ ਤੇ 11 ਵੀ ਨਹੀਂ ਹੁੰਦੇ, ਇੱਕ ਤੇ ਇੱਕ ਜੀ ਸਿੱਧ ਕਰਕੇ ਵਿਖੋ। ਮੈਂ ਸਿੱਧ ਕਰ ਦਿੰਨੇ, ਇੱਕ ਮੈਂ ਤੇ ਇੱਕ ਮੇਰਾ ਪ੍ਰਭੂ, ਅਸੀਂ ਦੋਵਾਂ ਨੇ ਇੱਕ ਹੋ ਜਾਣਾ, ਤੇ ਇੱਕ ਤੇ ਇੱਕ ਹੋ ਗਏ ਨਾ। ਇਕਤ ਸੇਜੇ ਹਰ ਪ੍ਰਭੂ, ਇਸ ਤਰ੍ਹਾਂ ਫਿਰ ਇੱਕ ਤੇ ਇੱਕ ਹੋ ਜਾਂਦਾ ਹੈ। ਇਕਤ ਸੇਜੇ ਹਰ ਪ੍ਰਭੂ ਰਾਮ ਰਾਜੇ ਹੋਣਾ ਹੈ।
ਇਹ ਸਾਨੂੰ ਨਹੀਂ ਪਤਾ। ਜੇ ਅਸੀਂ ਆਖੀਏ ਨਾ ਵੀ ਸਾਨੂੰ ਪਤਾ ਹੈ, ਅਸੀਂ ਆਪਣੀ ਮੱਤ ਦੇ ਨਾਲ, ਆਪਣੀ ਅਕਲ ਦੇ ਨਾਲ ਇੱਕ ਤੇ ਇੱਕ ਹੋ ਜਾਵਾਂਗੇ, ਤੇ ਇਹ ਸਾਨੂੰ ਨਹੀਂ ਪਤਾ। ਦੱਸਣਾ ਗੁਰ ਦੱਸੇ ਹਰ ਮਿਲੇ, ਦੱਸਣਾ ਗੁਰੂ ਨੇ, ਤੇ ਕਰਨ ਵਾਲਾ ਹਰੀ ਪ੍ਰਭੂ ਪਰਮਾਤਮਾ ਹੈ ਜੀ। ਮੈਂ ਮਨ ਤਨ ਪ੍ਰੇਮ ਵੈਰਾਗ ਹੈ, ਰਾਮ ਵੇਲੇ ਕਿਰਪਾ ਕਰੀ। ਗੁਰੂ ਜੀ ਰਹਿਮਤ ਕਰਦੇ ਨੇ ਸਾਡੇ ਮਨ ਤੇ ਤਨ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਪ੍ਰੇਮ ਹੈ, ਤੇ ਸੰਸਾਰ ਕੀ ਹੋ ਗਿਆ, ਸੰਸਾਰ ਛੱਡ ਦਿੱਤਾ। ਹੁਣ ਰਾਮ ਰਾਜਿਆ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਤੇ ਰਜਿਆ ਹੋਇਆ। ਗੁਰ ਮੇਲੇ ਕਿਰਪਾ ਕਰੀ, ਇਹ ਮੇਲਣ ਵਾਲਾ ਗੁਰੂ ਹੈ, ਤੇ ਉਸ ਨੇ ਹੀ ਕਿਰਪਾ ਕਰਨੀ ਹੈ ਜੀ। ਹਾਂ ਗੁਰ ਬਿਟੋ ਹੋ ਜਾਂਦਾ ਨਾ, ਗੁਰੂ ਦੀ ਕਿਰਪਾ ਰਹਿਮਤ ਹੋ ਜਾਂਦੀ ਏ।